ਜਦੋਂ ਰਾਖਵੀਂ ਇਸ ਬਟਾਲੀਅਨ ਦੇ ਜਵਾਨ ਅਲਮੀਨੀਅਮ ਦੀ ਪੌੜੀ ਲਾ ਕੇ ਪਰਿਕਰਮਾ ਦੇ ਵਿੱਚ ਉਤਰੇ ਤਾਂ ਨੇੜੇ ਤੋਂ ਬੀੜੀਆਂ ਮਸ਼ੀਨ ਗੰਨਾਂ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਘਾਣ ਹੋਇਆ ਕਿ ਉਹ ਇੱਕ ਗੱਲ ਸਪਸ਼ਟ ਲਿਖਦਾ ਹੈ ਕਿ ਇੱਕ ਝੀਤ ਦੇ ਵਿੱਚੋਂ ਆਈਆਂ ਗੋਲੀਆਂ ਜਿਹੜੀਆਂ ਖਾੜਕੂਆਂ ਨੇ ਪੌੜੀਆਂ ਦੇ ਨਾਲ ਲੱਗਦੀ ਕੰਧ ਵਿੱਚ ਪਾੜ ਪਾ ਕੇ ਬਣਾਈ ਹੋਈ ਸੀ। ਕਹਿੰਦਾ ਕਿ ਇਹਦੇ ਨਾਲ ਬਹੁਤ ਸਾਰੇ, ਉਹਨੇ ਖੁਦ ਕਿਹਾ ਕਿ ਇੱਕ ਗਾਰਦ ਦੇ 19 ਜਵਾਨ ਮਾਰੇ ਗਏ ਤੇ 13 ਜਿਹੜੇ ਸੀ ਉਹ ਜ਼ਖਮੀ ਹੋ ਗਏ। ਤੇ ਇਹਦੇ ਨਾਲ ਇਹ ਵੀ ਕਹਿੰਦਾ ਹੈ ਕਿ ਖਾੜਕੂ ਜਿਹੜੇ ਉੱਥੇ ਸੀ ਬੜੀ ਬਹਾਦਰੀ ਦੇ ਨਾਲ ਲੜੇ। ਇਹ ਜਿਹੜੀ ਗੱਲ ਹੈ ਮੈਂ ਕਿਸੇ ਹੋਰ ਸਰੋਤ ਦੇ ਵਿੱਚੋਂ ਨਹੀਂ ਕਰ ਰਿਹਾ, ਬਲਕਿ ਕੁਲਦੀਪ ਬਰਾੜ ਦੀ ਆਪਣੀ ਕਿਤਾਬ ਦੇ ਵਿੱਚੋਂ ਕਰ ਰਿਹਾ ਕਿ ਜਿਹੜੀ ਪੈਰਾ ਕਮਾਂਡੋਜ਼ ਦੀ ਟੋਲੀ ਗਈ ਉਹ ਆਪਣੇ ਅਫਸਰਾਂ ਦੇ ਸਮੇਤ ਆਪਣਾ ਸਾਰਾ ਹੀ ਉੱਥੇ ਨੁਕਸਾਨ ਕਰਵਾ ਬੈਠੀ। ਤੇ ਕਹਿੰਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਿੰਘਾਂ ਨੇ ਅੰਦਰ ਮੋਰਚਾਬੰਦੀ ਕੀਤੀ ਹੋਈ ਸੀ। ਪਰ ਕਹਿੰਦਾ ਕਿ ਰਾਤ ਦੇ 2:30 ਵਜੇ ਤੱਕ ਇੰਨੀ ਜ਼ਿਆਦਾ ਸਖਤ ਮੁਕਾਬਲਾ ਹੋ ਗਿਆ ਸੀਗਾ ਕਿ ਜਨਰਲ ਸ਼ਬੇਗ ਸਿੰਘ ਨੂੰ ਇਹ ਮਹਿਸੂਸ ਹੋ ਗਿਆ ਸੀ, ਇਹ ਬਰਾੜ ਦੇ ਲਿਖਣ ਦੇ ਮੁਤਾਬਕ, ਕਿ ਜਿੰਨੀ ਵੱਧ ਤੋਂ ਵੱਧ ਫਾਇਰਿੰਗ ਕੀਤੀ ਜਾਵੇ ਔਰ ਜਿੰਨਾ ਹੀ ਫੌਜ ਨੂੰ ਅਕਾਲ ਤਖਤ ਸਾਹਿਬ ਤੋਂ ਦੂਰ ਰੱਖਿਆ ਜਾਵੇ, ਸਵੇਰੇ ਦਿਨ ਚੜ੍ਹਨ ਤੱਕ ਜੇਕਰ ਇਹਨਾਂ ਨੂੰ ਇਸ ਇਮਾਰਤ ਦੇ ਨੇੜੇ ਨਾ ਲੱਗਣ ਦਿੱਤਾ ਜਾਵੇ ਤਾਂ ਸਵੇਰੇ ਦਿਨ ਦੀ ਲੋਅ ਦੇ ਵਿੱਚ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਣਾ ਸੀ। ਦੂਜੇ ਪਾਸੇ ਜਿੱਧਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ, ਆਟਾ ਮੰਡੀ ਵਾਲਾ ਪਾਸਾ ਜਿਸ ਨੂੰ ਅਸੀਂ ਦੱਖਣੀ ਦੁਆਰ ਕਹਿੰਦੇ ਹਾਂ, ਉਧਰਲੇ ਪਾਸੇ ਜਿਹੜੀ ਜ਼ਿੰਮੇਵਾਰੀ ਸੀ ਉਹ 15 ਔਰ 15 ਕਮਾਊ ਰੈਜੀਮੈਂਟ ਦੀਆਂ ਜਿਹੜੀਆਂ ਰਿਜ਼ਰਵ 2 ਕੰਪਨੀਆਂ ਸੀ, ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੇ ਉਸ ਪਾਸੇ ਤੋਂ ਅੰਦਰ ਦਾਖਲ ਹੋਣਾ ਸੀ। ਬਹੁਤ ਹੀ ਸਤਿਕਾਰਯੋਗ ਗੁਰੂ ਸਾਰੇ ਖਾਲਸਾ ਜੀ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ ਜੀ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਹਾਡੇ ਨਾਲ ਘੱਲੂਘਾਰਾ ਜੂਨ 1984 ਦੀ ਲੜੀਵਾਰ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਸੰਖੇਪ ਦੇ ਵਿੱਚ ਇਹ ਦੱਸਣ ਦੇ ਵਾਸਤੇ ਕਿ ਇਹ ਸਾਰਾ ਘੱਲੂਘਾਰਾ ਕਿਸ ਤਰ੍ਹਾਂ ਵਾਪਰਿਆ, ਅੰਦਰਲੇ ਸਿੰਘਾਂ ਨੇ ਕਿਸ ਤਰ੍ਹਾਂ ਦੇ ਨਾਲ ਫੌਜ ਦਾ ਮੁਕਾਬਲਾ ਕੀਤਾ ਤੇ ਫੌਜ ਦੀ ਰਣਨੀਤੀ ਕੀ ਸੀ, ਜਾਂ ਕਿਸ ਤਰ੍ਹਾਂ ਦੇ ਹਥਿਆਰ, ਤੋਪਖਾਨਾ, ਟੈਂਕ, ਬਖਤਰਬੰਦ ਗੱਡੀਆਂ, ਇੰਨਾ ਕੁਝ ਜਿਹੜਾ ਸੀ ਇਹ ਸਿੰਘਾਂ ਦੇ ਉੱਪਰ ਵਰਤਿਆ ਗਿਆ ਤੇ ਬਹੁਤ ਹੀ ਸੀਮਤ ਜਿਹੇ ਹਥਿਆਰਾਂ ਦੇ ਨਾਲ ਸਿੰਘਾਂ ਨੇ ਇੰਨੀ ਵੱਡੀ ਫੌਜ ਦਾ ਮੁਕਾਬਲਾ ਕਿਵੇਂ ਕੀਤਾ। 5 ਜੂਨ ਦਾ ਦਿਨ ਸਾਰਾ ਦਿਨ ਗੋਲੀ ਚੱਲਦੀ ਰਹੀ। 5 ਜੂਨ ਦੀ ਰਾਤ ਵੀ ਤਕਰੀਬਨ ਲਗਾਤਾਰ ਫੌਜ ਦੇ ਵੱਲੋਂ ਆਪਣੇ ਕੀਤੇ ਜਾ ਰਹੇ ਹਮਲੇ ਨੂੰ ਅੰਜਾਮ ਤੱਕ ਪਹੁੰਚਾਉਣਾ ਸੀ। ਦੂਸਰੇ ਪਾਸੇ ਜੇਕਰ ਅੰਦਰਲੇ ਸਿੰਘਾਂ ਦੇ ਹਾਲਾਤ ਵੇਖੀਏ ਤਾਂ ਤਕਰੀਬਨ 3 ਜਾਂ 4 ਦਿਨ ਹੋ ਚੁੱਕੇ ਸੀ। ਲਗਾਤਾਰ ਉਹਨਾਂ ਨੂੰ 1 ਜੂਨ ਤੋਂ ਲੈ ਕੇ 5 ਜੂਨ ਤੱਕ CRPF, BSF ਤੇ ਫੌਜ ਦਾ ਮੁਕਾਬਲਾ ਕਰਦੇ ਹਨ। ਬੇਸ਼ੱਕ ਕਿ 5 ਜੂਨ ਦੀ ਦੁਪਹਿਰ ਤੱਕ ਜਿਹੜੇ ਵੱਡੇ ਬਚਾਅ ਵਾਲੇ ਮੋਰਚੇ ਸੀ, ਜਿਹੜੇ ਬਾਹਰੀ ਪ੍ਰਵੇਸ਼ ਦੁਆਰ ਤੋਂ ਫੌਜ ਨੂੰ ਰੋਕਣ ਦੇ ਵਾਸਤੇ ਬੜੀ ਯੁੱਧ ਨੀਤੀ ਦੇ ਨਾਲ ਸਿੰਘਾਂ ਨੇ ਤਿਆਰ ਕੀਤੇ ਸੀ, ਉਹ ਜਿਹੜੇ ਮੋਰਚੇ ਸੀ ਉਹਨਾਂ ਦੇ ਵਿੱਚ ਪਾਣੀ ਵਾਲੀ ਟੈਂਕੀ, 2 ਬੁੰਗੇ, ਹੋਟਲ ਟੈਂਪਲ ਵਿਊ ਤੇ ਬ੍ਰਹਮ ਬੂਟਾ ਅਖਾੜਾ ਦੇ ਉੱਪਰਲਾ ਮੋਰਚਾ, ਇਹਨਾਂ ਸਾਰੇ ਮੋਰਚਿਆਂ ਦੇ ਉੱਪਰ ਵੱਡੀਆਂ ਤੋਪਾਂ ਦੇ ਨਾਲ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਸੀ। ਔਰ ਉਸ ਵੇਲੇ ਕੁਲਦੀਪ ਬਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਵੱਡੀ ਕਾਰਵਾਈ, ਜਾਂ ਜਿਸ ਨੂੰ ਪ੍ਰਮੁੱਖ ਕਾਰਵਾਈ ਕਿਹਾ ਜਾਂਦਾ ਹੈ, ਬੇਸ਼ੱਕ ਉਹਨੂੰ ਸ਼ੁਰੂ ਕਰਨ ਦਾ ਸਮਾਂ, ਜਿਸ ਨੂੰ H ਆਵਰ ਕਿਹਾ ਜਾਂਦਾ ਹੈ, ਉਹ 10 ਵਜੇ ਦਾ ਮਿਥਿਆ ਗਿਆ ਸੀ। 5 ਜੂਨ ਨੂੰ ਰਾਤ 10 ਵਜੇ ਉਹ ਜਿਹੜੀ ਕਾਰਵਾਈ ਹੈ ਉਹ ਆਰੰਭ ਹੋਣੀ ਸੀ। ਔਰ ਉਸ ਕਾਰਵਾਈ ਤੋਂ ਪਹਿਲਾਂ ਇਹ ਜਿਹੜੀਆਂ ਵੱਡੀਆਂ ਪ੍ਰਵੇਸ਼ ਦੁਆਰ ਵਾਲੀਆਂ ਇਮਾਰਤਾਂ ਨੇ, ਇਹਨਾਂ ਦੇ ਉੱਪਰ ਲਗਾਤਾਰ ਫੌਜ ਦੇ ਵੱਲੋਂ ਗੋਲੇ ਬਰਸਾਏ ਜਾਂਦੇ ਰਹੇ।
ਔਰ ਉਹ ਇੱਕ ਗੱਲ ਹੋਰ ਵੀ ਲਿਖਦਾ ਹੈ, ਕਹਿੰਦਾ ਹੈ ਕਿ ਇਹ ਜ਼ਰੂਰ ਸਵੀਕਾਰ ਕਰਾਂਗਾ ਕਿ ਮੈਂ ਅਜੇ ਵੀ ਇਸ ਆਸ ਦਾ ਲੜ ਨਹੀਂ ਸੀ ਛੱਡਿਆ ਕਿ ਰਾਤ ਪੈਣ ਤੋਂ ਪਹਿਲਾਂ ਇੱਕ ਚਮਤਕਾਰ ਹੋ ਜਾਵੇਗਾ ਜਿਸ ਦੇ ਸਿੱਟੇ ਦੇ ਰੂਪ ਵਿੱਚ ਇੰਨੀ ਲਮਕਾਈ ਗਈ ਦਾਸਤਾਨ ਦਾ ਬਿਨਾਂ ਖੂਨ ਖਰਾਬੇ ਤੋਂ ਅੰਤ ਹੋ ਜਾਵੇਗਾ। ਜੇਕਰ ਉਹਦੇ ਸ਼ਬਦਾਂ ਨੂੰ ਘੋਖਿਆ ਜਾਵੇ ਤਾਂ ਇਹ ਉਹੀ ਸ਼ਬਦਾਵਲੀ ਹੈ ਜਿਹੜੀ ਸ਼ਬਦਾਵਲੀ ਉਸ ਨੇ ਅੰਮ੍ਰਿਤਸਰ ਪਹੁੰਚਣ ਦੇ ਸਮੇਂ ਪਹਿਲੀ ਮੀਟਿੰਗ ਦੇ ਵਿੱਚ ਅੰਮ੍ਰਿਤਸਰ ਦੇ ਡੀਐਸਪੀ ਤੇ ਬੀਐਸਐਫ ਦੇ ਡੀਆਈਜੀ ਦੇ ਨਾਲ ਵਿਚਾਰ ਸਾਂਝਾ ਕੀਤੀ ਸੀ ਕਿ ਜਦੋਂ ਫੌਜਾਂ ਦੇ ਤੋਪਾਂ ਚੱਲਦੀਆਂ ਨੇ, ਟੈਂਕਾਂ ਦੀ ਗੜਗੜਾਹਟ ਹੁੰਦੀ ਹੈ ਤੇ ਵੱਡੇ ਵੱਡੇ ਜਿਹੜੇ ਜਰਨੈਲ ਨੇ ਉਹਨਾਂ ਦਾ ਹੌਸਲਾ ਵੀ ਪਸਤ ਹੋ ਜਾਂਦਾ ਹੈ। ਇਹੀ ਉਸ ਦੀ ਸ਼ਬਦਾਵਲੀ ਦਾ ਭਾਵ ਹੈ ਕਿ ਉਹ ਅਜੇ ਵੀ ਆਸ ਲਾ ਕੇ ਬੈਠਾ ਸੀ ਕਿ 3.7 ਹੌਵਿਟਜ਼ਰ ਤੋਪਾਂ ਦੇ ਨਾਲ ਜਦੋਂ ਬੁੰਗਿਆਂ ਦੇ ਉੱਪਰ ਜਾਂ ਆਲੇ ਦੁਆਲੇ ਦੀਆਂ ਉੱਚੀਆਂ ਇਮਾਰਤਾਂ ਦੇ ਉੱਪਰ ਗੋਲੇ ਦਾਗੇ ਜਾ ਰਹੇ ਨੇ ਤਾਂ ਅੰਦਰ ਜਿਹੜੇ ਲੜਨ ਵਾਲੇ ਸੂਰਮੇ ਨੇ ਉਹਨਾਂ ਦੇ ਹੌਸਲੇ ਜਿਹੜੇ ਨੇ ਉਹ ਢਹਿ ਚੁੱਕੇ ਹੋਣਗੇ। ਪਰ ਇੰਜ ਨਹੀਂ ਹੋਇਆ। ਉਹ ਖੁਦ ਲਿਖਦਾ ਹੈ ਕਿ ਮੁੱਢਲੀਆਂ ਤਿਆਰੀਆਂ ਵਿਉਂਤ ਅਨੁਸਾਰ ਮੁਕੰਮਲ ਕਰ ਲਈਆਂ ਗਈਆਂ ਤੇ ਰਾਤ ਦੇ 10 ਵਜੇ ਤੱਕ ਹੋਟਲ ਟੈਂਪਲ ਵਿਊ ਤੇ ਬ੍ਰਹਮ ਬੂਟਾ ਅਖਾੜਾ ਦੋਵੇਂ ਹੀ ਹਿਫਾਜ਼ਤ ਵਿੱਚ ਲੈ ਲਏ ਗਏ। ਹੈਰਾਨੀ ਇਸ ਗੱਲ ਦੀ ਹੋਈ ਕਿ ਖਾੜਕੂਆਂ ਨੇ ਇੱਥੇ ਕੋਈ ਬਹੁਤਾ ਮੁਕਾਬਲਾ ਨਹੀਂ ਕੀਤਾ। ਅਸੀਂ ਸੋਚਦੇ ਸਾਂ ਕਿ ਹਰਿਮੰਦਰ ਸਾਹਿਬ ਦੇ ਅੰਦਰ ਇੰਜ ਹੀ ਕਰਨਗੇ ਜਾਂ ਫਿਰ ਬਿਲਕੁਲ ਵੱਖਰੀ ਕਹਾਣੀ ਹੋਵੇਗੀ। ਹੁਣ ਇੱਥੇ ਇਹ ਗੱਲ ਬੜੀ ਅਹਿਮ ਹੈ ਕਿ ਜਦੋਂ ਉਹ ਮੁੱਖ ਰੂਪ ਦੇ ਵਿੱਚ ਮੁਕਾਬਲੇ ਦੀ ਤਿਆਰੀ ਕਰ ਚੁੱਕਾ ਹੈ, ਫੌਜ ਨੂੰ ਹੁਕਮ ਦੇ ਚੁੱਕਾ ਹੈ, ਤਾਂ ਉਹਦੀ ਕਿਤਾਬ ਦੇ ਮੁਤਾਬਕ ਉਸ ਵੇਲੇ ਵੀ ਇਸ ਵਿਚਾਰ ਦੇ ਵਿੱਚ ਹੈ ਕਿ ਜਿਹੜਾ ਪ੍ਰਵੇਸ਼ ਦੁਆਰ ਦੇ ਜਿਹੜੇ ਅੰਦਰੂਨੀ ਦਾਖਲ ਹੋਣ ਦੇ ਸਮੇਂ ਜਿੰਨਾ ਮੁਕਾਬਲਾ ਹੋਇਆ ਹੈ, ਕੀ ਮੁਕਾਬਲਾ ਅੰਦਰ ਵੀ ਇੰਨਾ ਹੋਵੇਗਾ ਜਾਂ ਅੰਦਰਲਾ ਮੁਕਾਬਲਾ ਬਹੁਤ ਭਿਆਨਕ ਹੋਵੇਗਾ। ਸੋ ਇਹ ਗੱਲ ਛੋਟੀ ਨਹੀਂ ਹੈ। ਇਹਦੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਨਰਲ ਸ਼ਵੇਕ ਸਿੰਘ ਦੀ ਅਗਵਾਈ ਦੇ ਵਿੱਚ ਸਿੰਘਾਂ ਦੀ ਮੋਰਚਾਬੰਦੀ ਜਿਹੜੀ ਹੈ ਉਹ ਕਿੰਨੇ ਕਮਾਲ ਦੀ ਸੀ ਕਿ ਇੱਕ ਦੇਸ਼ ਦੇ ਫੌਜੀ ਜਰਨੈਲ ਨੂੰ ਬਾਰ-ਬਾਰ ਸੋਚਣ ਦੇ ਵਾਸਤੇ, ਰਣਨੀਤੀ ਬਦਲਣ ਦੇ ਵਾਸਤੇ ਤੇ ਆਪਣੀ ਸੋਚ ਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ ਕਿ ਇੱਕ, ਦੋ ਜਾਂ ਤਿੰਨ ਪ੍ਰਵੇਸ਼ ਦੁਆਰ ਦੀਆਂ ਉੱਚੀਆਂ ਇਮਾਰਤਾਂ ਦੇ ਉੱਪਰ ਵੱਡੀਆਂ ਤੋਪਾਂ ਦੇ ਗੋਲੇ ਚੱਲਣ ਤੋਂ ਬਾਅਦ ਵੀ ਅਜੇ ਤੱਕ ਉਹ ਦੁਬਿਧਾ ਦੇ ਵਿੱਚ ਹੈ ਕਿ ਅੰਦਰਲੇ ਜਿਹੜੇ ਹਾਲਾਤ ਨੇ ਉਹ ਕਿਵੇਂ ਦੇ ਹੋਣਗੇ। ਇਸ ਤੋਂ ਬਾਅਦ ਉਹ ਕਹਿੰਦਾ ਹੈ ਕਿ ਤਕਰੀਬਨ ਅਪੀਲਾਂ ਵੀ ਕਰਵਾਈਆਂ ਗਈਆਂ ਸਪੀਕਰ ਦੇ ਰਾਹੀਂ ਕਿ ਜਿਹੜੇ ਆਮ ਯਾਤਰੂ ਨੇ ਉਹ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਆ ਜਾਣ, ਪਰ ਤਕਰੀਬਨ 129 ਮਰਦ, ਇਸਤਰੀਆਂ ਤੇ ਬੱਚੇ ਜਿਹੜੇ ਸੀਗੇ ਉਹ ਸ਼ਾਮ 7 ਵਜੇ ਤੋਂ ਪਹਿਲਾਂ 5 ਜੂਨ ਨੂੰ ਬਾਹਰ ਆਏ। ਉਸ ਤੋਂ ਬਾਅਦ ਕਹਿੰਦਾ ਹੈ ਕਿ ਲਗਾਤਾਰ ਅੰਮ੍ਰਿਤਸਰ ਦੀਆਂ ਸੜਕਾਂ ਦੇ ਉੱਪਰ ਜਿਹੜੀਆਂ ਕਿ ਕੁਝ ਦਿਨਾਂ ਤੋਂ ਕਰਫਿਊ ਲੱਗਣ ਦੇ ਨਾਲ ਬਿਲਕੁਲ ਸੁੰਨੀਆਂ ਪਈਆਂ ਸੀ, ਉਹਨਾਂ ਦੇ ਉੱਪਰ ਫੌਜ ਦੀਆਂ 72 ਬੰਦ ਗੱਡੀਆਂ, ਟਰੱਕਾਂ ਔਰ ਟੈਂਕਾਂ ਦੀ ਜਿਹੜੀ ਆਵਾਜਾਈ ਸੀ ਉਹਦਾ ਸ਼ੋਰ ਪੈਣਾ ਜਿਹੜਾ ਸੀ ਉਹ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਕਹਿੰਦਾ ਹੈ ਕਿ ਜਿਸ ਵੇਲੇ ਇਹ ਕਾਰਵਾਈ ਸ਼ੁਰੂ ਹੋਣੀ ਸੀ ਉਸ ਵੇਲੇ ਪ੍ਰਮੁੱਖ ਰੂਪ ਦੇ ਵਿੱਚ ਇਹ ਉਲੀਕਿਆ ਗਿਆ ਸੀ ਕਿ ਜਿਹੜੀਆਂ ਵੀ ਬਟਾਲੀਅਨਾਂ ਨੇ ਜਾਂ ਜਿਹੜੀਆਂ ਕੰਪਨੀਆਂ ਨੇ ਜਾਂ ਜਿਹੜੀਆਂ ਟੁਕੜੀਆਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਉੱਪਰ ਹਮਲਾ ਹੋਣ ਦੇ ਵਿੱਚ ਸ਼ਮੂਲੀਅਤ ਕਰਨੀ ਹੈ, ਉਹਨਾਂ ਦੀ ਜਿਹੜੀ ਕਾਰਜਾਂ ਦੀ ਵੰਡ ਕੀਤੀ ਸੀ ਉਹਨਾਂ ਦੇ ਮੁਤਾਬਕ 10 ਗਾਰਡਸ ਨੇ ਜਿਹੜੇ ਪੈਰਾ ਕਮਾਂਡੋਸ ਨੇ, ਉਹਨਾਂ ਦੇ ਨਾਲ ਸਪੈਸ਼ਲ ਫਰੰਟੀਅਰ ਫੋਰਸ ਦੇ 10 ਗਾਰਡਸ ਨੇ, ਉਹਨਾਂ ਪੈਰਾ ਕਮਾਂਡੋਸ ਨੂੰ ਲੈ ਕੇ ਹਰਮੰਦਰ ਸਾਹਿਬ ਦਾ ਉੱਤਰੀ ਦੁਆਰ, ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਤਾਂ ਪਰਿਕਰਮਾ ਦੇ ਦੋ ਪਾਸੇ ਦੋ ਉੱਚੀਆਂ ਡਿਉੜੀਆਂ ਨੇ, ਇੱਕ ਬਾਬਾ ਦੀਪ ਸਿੰਘ ਦੇ ਸ਼ਹੀਦਗੰਜ ਵਾਲੇ ਪਾਸੇ ਜਿਹਨੂੰ ਦੱਖਣੀ ਦੁਆਰ ਕਿਹਾ ਜਾਂਦਾ ਹੈ, ਇੱਕ ਮੁੱਖ ਘੰਟਾ ਘਰ ਜਿਸ ਨੂੰ ਕਿ ਉੱਤਰੀ ਦੁਆਰ ਕਿਹਾ ਜਾਂਦਾ ਹੈ। ਸੋ ਪਹਿਲਾਂ ਅਸੀਂ ਉੱਤਰੀ ਦੁਆਰ ਦੀ ਗੱਲ ਕਰਦੇ ਹਾਂ ਕਿ 10 ਗਾਰਡਸ ਨੇ ਉੱਤਰੀ ਦੁਆਰ ਦੇ ਰਾਹੀਂ ਅੰਦਰ ਦਾਖਲ ਹੋਣਾ ਸੀ ਤੇ ਅੰਦਰ ਦਾਖਲ ਹੋ ਕੇ ਉਸਨੇ ਪੱਛਮ ਵਾਲੇ ਪਾਸੇ ਜਿੱਧਰ ਅਕਾਲ ਤਖਤ ਸਾਹਿਬ ਹੈ ਤੇ ਪੂਰਬ ਵਾਲੇ ਪਾਸੇ ਜਿੱਧਰ ਬੁੰਗੇ ਨੇ, ਇਹਨਾਂ ਦੋ ਪਾਸਿਆਂ ਨੂੰ ਫੈਲਣਾ ਸੀ। ਪਰ ਉਹ ਕਹਿੰਦਾ ਹੈ ਕਿ ਪੈਦਲ ਇਹਨਾਂ ਦਾ ਅੱਗੇ ਵਧਣਾ ਬਹੁਤ ਹੀ ਮੁਸ਼ਕਲ ਸੀ ਕਿਉਂਕਿ ਜਿਹੜਾ ਚੌਂਕ ਘੰਟਾ ਘਰ ਵਾਲਾ ਇਹ ਜਿਹੜਾ ਪ੍ਰਵੇਸ਼ ਦੁਆਰ ਹੈ ਇਹਦੇ ਉੱਪਰ ਮੋਰਚਾਬੰਦੀ ਇੰਨੀ ਕਾਰਗਰ ਸੀ ਔਰ ਜਿੰਨੀ ਫੁਰਤੀ ਦੇ ਨਾਲ ਇਹਨਾਂ ਉੱਪਰੋਂ ਜਿਹੜੀ ਮਸ਼ੀਨ ਗੰਨਾਂ ਦੀ ਫਾਇਰਿੰਗ ਹੋ ਰਹੀ ਸੀ, ਇੱਥੇ ਅੰਦਰ ਵਧਣਾ ਜਿਹੜਾ ਉਹ ਬਹੁਤ ਔਖਾ ਸੀ। ਸੋ ਇਸ ਜਗ੍ਹਾ ਦੇ ਉੱਪਰ ਵੀ ਬੀਐਮਪੀ
ਜਿਹੜੀਆਂ ਆਰਟਿਲਰੀ ਵਹੀਕਲ ਹੁੰਦੇ ਨੇ ਤੇ ਟੈਂਕ ਖੜੇ ਕਰਕੇ ਉਹਨਾਂ ਦੇ ਤੋਪਾਂ ਦੇ ਗੋਲਿਆਂ ਦੇ ਨਾਲ ਇਸ ਨੂੰ ਜਿਹੜਾ ਸੀ ਉਹ ਉਡਾਇਆ ਗਿਆ। ਪਰ ਕਹਿੰਦਾ ਫਿਰ ਵੀ ਇਹਨਾਂ ਨੂੰ ਉਡਾਉਣ ਦੇ ਬਾਵਜੂਦ ਵੀ ਜਦੋਂ ਟੁਕੜੀ ਅੰਦਰ ਵੜਨ ਦੇ ਵਾਸਤੇ ਅੱਗੇ ਵਧੀ ਤਾਂ ਉਸ ਵੇਲੇ ਪੌੜੀਆਂ ਦੇ ਵਿੱਚੋਂ ਇੰਨੀ ਜ਼ਬਰਦਸਤ ਫਾਇਰਿੰਗ ਹੋਈ ਕਿ ਇਸ ਟੁਕੜੀ ਦਾ ਬਹੁਤ ਸਾਰਾ ਨੁਕਸਾਨ ਹੋਇਆ। ਉਹ ਖੁਦ ਮੰਨਦਾ ਹੈ ਕਿ ਪਹਿਲੇ ਹਮਲੇ ਦੇ ਵਿੱਚ ਹੀ 20 ਜਵਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਕੈਪਟਨ ਜਸਵੀਰ ਸਿੰਘ ਰੈਣਾ, ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ 1 ਜੂਨ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਸਾਰੀ ਮੋਰਚਾਬੰਦੀ ਦੀ ਖਬਰ ਲੈ ਕੇ ਆਇਆ ਸੀ, ਉਹੀ ਇਸ ਟੁਕੜੀ ਨੂੰ ਰਸਤਾ ਵਿਖਾਉਣ ਦੀ ਅਗਵਾਈ ਕਰ ਰਿਹਾ ਸੀ। ਉਹਦੀ ਵੀ ਗੋਲੀਆਂ ਲੱਗੀਆਂ ਸਿੱਟੇ ਵਜੋਂ, ਉਸ ਦੀ ਵੀ ਲੱਤ ਕੱਟਣੀ ਪਈ, ਜਿਸ ਨੂੰ ਬਾਅਦ ਦੇ ਵਿੱਚ ਹਕੂਮਤ ਦੇ ਵੱਲੋਂ ਅਸ਼ੋਕ ਚੱਕਰ ਦੇ ਨਾਲ ਪੁਰਸਕਾਰ ਦਿੱਤਾ ਗਿਆ। ਸੋ ਇਹ ਜਿਹੜੀ ਬਟਾਲੀਅਨ ਸੀ ਇਹ ਅਕਾਲ ਤਖਤ ਸਾਹਿਬ ਵਧਣ ਦੀ ਕੋਸ਼ਿਸ਼ ਤਾਂ ਕਰ ਰਹੀ ਸੀ, ਪਰ ਅੰਦਰ ਜਿਹੜੀ ਮੋਰਚਾਬੰਦੀ ਕੀਤੀ ਗਈ ਸੀ ਉਹ ਇੰਨੀ ਜ਼ਿਆਦਾ ਸੁਰੱਖਿਅਤ ਰੂਪ ਦੇ ਵਿੱਚ ਕੀਤੀ ਗਈ ਸੀ ਕਿ ਜਿਹੜੇ ਫੌਜੀ ਨੇ, ਇਹ ਖੁਦ ਮੰਨਦਾ ਹੈ ਬਰਾੜ, ਕਿ ਉਹ ਨਾ ਤਾਂ ਤੁਰ ਕੇ ਅੱਗੇ ਵੱਧ ਸਕਦੇ ਸੀ ਔਰ ਨਾ ਹੀ ਲੰਮੇ ਪੈ ਕੇ ਅੱਗੇ ਵੱਧ ਸਕਦੇ ਸੀ, ਕਿਉਂਕਿ ਜਿਹੜੀਆਂ ਮਸ਼ੀਨ ਗੰਨਾਂ ਸੀ ਉਹ ਇਸ ਤਰ੍ਹਾਂ ਦੇ ਨਾਲ ਫਿੱਟ ਕੀਤੀਆਂ ਹੋਈਆਂ ਸੀਗੀਆਂ ਕਿ ਜ਼ਮੀਨ ਤੋਂ ਕੇਵਲ 12 ਇੰਚ ਦੀ ਉਚਾਈ ਦੇ ਉੱਪਰ ਜਦੋਂ ਉਹਨਾਂ ਦੀ ਗੋਲੀ ਆਉਂਦੀ ਸੀ ਤੇ ਉਸ ਗੋਲਾਬਾਰੀ ਤੋਂ ਬਚਣਾ ਜਿਹੜਾ ਸੀ ਉਹ ਬਹੁਤ ਹੀ ਮੁਸ਼ਕਲ ਸੀ। ਕਹਿੰਦਾ ਕਿ ਇੱਥੇ ਬਹੁਤ ਹੀ ਭਾਰੀ ਮੁਕਾਬਲਾ ਹੋਇਆ ਤੇ ਇੱਥੇ ਜਦੋਂ ਹੁਣ ਇੱਕ ਪਾਸੇ ਅਸੀਂ ਮੁਕਾਬਲੇ ਦੀ ਗੱਲ ਕਰ ਰਹੇ ਹਾਂ ਕਿ ਇਸ ਪਾਸੇ ਮੁਕਾਬਲਾ ਚੱਲ ਰਿਹਾ, ਤੇ ਹੁਣ ਜਿਹੜੇ ਸਰੋਤੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਸਾਰੇ ਦਰਬਾਰ ਸਾਹਿਬ ਦਾ ਆਲਾ ਦੁਆਲਾ ਜਿਹੜਾ ਸੀ ਉਹਨੂੰ ਜਿਹੜਾ ਘੇਰਨ ਦੀ ਜ਼ਿੰਮੇਵਾਰੀ 12 ਬਿਹਾਰ ਰੈਜੀਮੈਂਟ ਦੀ ਸੀ। ਇਸੇ ਤਰ੍ਹਾਂ ਜਿਸ ਵੇਲੇ 10 ਗਾਰਡਸ ਨੇ ਸਪੈਸ਼ਲ ਫਰੰਟੀਅਰ ਫੋਰਸ ਨੂੰ ਨਾਲ ਲੈ ਕੇ ਉੱਤਰੀ ਦੀਵਾਰ ਦੇ ਰਾਹੀਂ ਅੰਦਰ ਦਾਖਲ ਹੋਣਾ ਸੀ, ਉਹਦੇ ਨਾਲ ਹੀ 9 ਕਮਾਊਂ ਰੈਜੀਮੈਂਟ ਨੇ, ਉਹਦੀਆਂ 2 ਕੰਪਨੀਆਂ ਨੇ 15 ਕਮਾਊਂ ਨੂੰ ਨਾਲ ਲੈ ਕੇ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਾਲਾ ਪਾਸਾ ਹੈ, ਜਿਹਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ, ਇਸ ਤੋਂ ਇਲਾਵਾ ਅਕਾਲੀ ਦਲ ਦੇ ਦਫ਼ਤਰ, ਗੁਰੂ ਨਾਨਕ ਨਿਵਾਸ ਤੇ ਇਸ ਤੋਂ ਇਲਾਵਾ ਗੁਰੂ ਰਾਮਦਾਸ ਸਰਾਂ, ਇਹ ਜਿਹੜਾ ਸਾਰਾ ਇਲਾਕਾ ਹੈ ਇਸ ਨੂੰ ਆਪਣੇ ਕਾਬੂ ਦੇ ਵਿੱਚ ਲੈਣਾ ਸੀ ਔਰ ਬਾਬਾ ਅਟਾਲ ਤੱਕ ਦੀ ਜਿੰਨੀ ਵੀ ਜ਼ਿੰਮੇਵਾਰੀ ਹੈ ਉਹ ਸਾਰੀ ਇਹਨਾਂ ਦੇ ਕੋਲ ਸੀ। ਇਹ ਪੂਰਬੀ ਦੁਆਰ ਵਾਲੇ ਪਾਸੇ। ਦੂਜੇ ਪਾਸੇ ਜਿੱਧਰ ਬਾਬਾ ਦੀਪ ਸਿੰਘ ਹੁਣਾਂ ਦਾ ਸ਼ਹੀਦਗੰਜ ਹੈ, ਆਟਾ ਮੰਡੀ ਵਾਲਾ ਪਾਸਾ, ਜਿਸ ਨੂੰ ਅਸੀਂ ਦੱਖਣੀ ਦੁਆਰ ਕਹਿੰਦੇ ਹਾਂ, ਉਧਰਲੇ ਪਾਸੇ ਜਿਹੜੀ ਜ਼ਿੰਮੇਵਾਰੀ ਸੀ ਉਹ 15 ਔਰ 15 ਕਮਾਊਂ ਰੈਜੀਮੈਂਟ ਦੀਆਂ ਜਿਹੜੀਆਂ ਰਿਜ਼ਰਵ 2 ਕੰਪਨੀਆਂ ਸੀ, ਉਹਨਾਂ ਦੀ ਜ਼ਿੰਮੇਵਾਰੀ ਸੀ ਕਿ ਉਹਨਾਂ ਨੇ ਉਸ ਪਾਸੇ ਤੋਂ ਅੰਦਰ ਦਾਖਲ ਹੋਣਾ ਸੀ। ਸੋ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਪਰਿਕਰਮਾ ਦੇ ਵਿੱਚ ਜਿਹੜੀ ਰੈਜੀਮੈਂਟ ਨੇ ਲੰਗਰ ਵਾਲੇ ਪਾਸਿਓਂ ਅੰਦਰ ਦਾਖਲ ਹੋਣਾ ਸੀ ਉਹ 26 ਮਦਰਾਸ ਸੀ ਔਰ ਬਰਾੜ ਖੁਦ ਮੰਨਦਾ ਹੈ ਕਿ 26 ਮਦਰਾਸ ਜਿਹੜੀ ਹੈ ਉਹ ਮੌਕੇ ਦੇ ਉੱਪਰ ਕਹਿ ਸਕਦੇ ਹੋ ਕਿ ਜਿਹੜਾ ਉਹਨਾਂ ਨੂੰ ਵਕਤ ਦਿੱਤਾ ਗਿਆ ਸੀ ਕਿ ਉਹਨਾਂ ਨੇ ਇੰਨੇ ਨਿਰਧਾਰਤ ਵਕਤ ਦੇ ਵਿੱਚ ਅੰਦਰ ਦਾਖਲ ਹੋਣਾ ਹੈ, ਉਹ ਅੰਦਰ ਦਾਖਲ ਨਾ ਹੋ ਸਕੇ ਕਿਉਂਕਿ ਇਸ ਪ੍ਰਵੇਸ਼ ਦੁਆਰ ਦੇ ਉੱਪਰ ਇੱਕ ਤਾਂ ਬਹੁਤ ਮਜ਼ਬੂਤ ਗੇਟ ਸੀ, ਉਹ ਉਸ ਗੇਟ ਨੂੰ ਤੋੜਨ ਦੇ ਵਿੱਚ ਪਹਿਲਾਂ ਤਾਂ ਨਾਕਾਮ ਰਹੇ, ਫਿਰ ਟੈਂਕ ਲਿਆਉਣ ਤੋਂ ਬਾਅਦ ਦੇ ਵਿੱਚ ਉਹ ਜਿਹੜਾ ਸੀਗਾ ਉਸ ਨੂੰ ਤੋੜਿਆ ਗਿਆ। ਇਹ ਖੁਦ ਮੰਨਦਾ ਹੈ ਕੁਲਦੀਪ ਬਰਾੜ ਆਪਣੀ ਕਿਤਾਬ ਦੇ ਵਿੱਚ ਕਿ ਬਦਕਿਸਮਤੀ ਨਾਲ 26 ਮਦਰਾਸ ਹਰਮੰਦਰ ਸਮੂਹ ਵਿੱਚ ਦਾਖਲ ਹੋਣੋਂ ਪਛੜ ਗਈ ਕਿਉਂਕਿ ਅਸਪਾਤੀ ਫਾਟਕ ਨੂੰ ਤੋੜ ਕੇ ਅੰਦਰ ਨਹੀਂ ਸੀ ਆ ਸਕੀ, ਜਿਹੜਾ ਕਿ ਸਾਡੇ ਅੰਦਾਜ਼ੇ ਤੋਂ ਕਿਤੇ ਵਧੇਰੇ ਮਜ਼ਬੂਤ ਨਿਕਲਿਆ। ਗੱਲ ਇਹੀ ਨਹੀਂ ਹੈ, ਗੱਲ ਇਹ ਵੀ ਹੈ ਕਿ ਇਹਨਾਂ ਦੇ ਉੱਪਰ ਫਾਇਰਿੰਗ ਵੀ ਬਹੁਤ ਜ਼ਿਆਦਾ ਹੋ ਰਹੀ ਸੀ, ਜਿਸ ਕਰਕੇ 26 ਮਦਰਾਸ ਅੱਗੇ ਨਾ ਜਾ ਸਕੀ। ਬਲਬੀਰ ਸਿੰਘ ਸੰਧੂ ਤਾਂ ਇਹ ਵੀ ਲਿਖਦੇ ਨੇ ਕਿ ਜਿਹੜੇ ਟਿਕਾਣਿਆਂ ਦੇ ਵਿੱਚੋਂ ਫੌਜ ਦੇ ਵੱਲੋਂ ਸਿੰਘਾਂ ਦੇ ਉੱਪਰ ਤੋਪਾਂ ਦੇ ਗੋਲਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ, ਕੁਝ ਥਾਵਾਂ ਤੋਂ ਸਿੰਘਾਂ ਨੇ ਰਾਕਟ ਲਾਂਚਰਾਂ ਦੇ ਨਾਲ ਉਹ ਟਿਕਾਣੇ ਜਿਹੜੇ ਸੀ ਉਹ ਵੀ ਨਸ਼ਟ ਕਰੇ ਤੇ ਸਿੱਟੇ ਵਜੋਂ ਫੌਜ ਦਾ ਕਾਫੀ ਜ਼ਿਆਦਾ ਉੱਥੇ ਵੀ ਨੁਕਸਾਨ ਹੋਇਆ। ਪਰ ਕੁਲਦੀਪ ਬਰਾੜ ਆਪਣੀ ਕਿਤਾਬ ਦੇ ਵਿੱਚ ਲਿਖਦਾ ਹੈ ਕਿ ਅੰਦਰੋਂ ਸਿਰਫ ਇੱਕ ਚੱਲ ਚੁੱਕਾ ਜਿਹੜਾ ਰਾਕਟ ਪ੍ਰੋਪੈਲਡ ਗ੍ਰੇਨੇਡ ਸੀ ਤੇ ਇੱਕ ਹੋਰ ਸਾਨੂੰ ਉਹ 2 ਚੀਨੀ ਰਾਕਟਾਂ ਦੇ ਬਰਾਮਦ ਹੋਣ ਦੀ ਗੱਲ ਜਿਹੜਾ ਕਰਦਾ ਹੈ, ਪਰ ਬਲਬੀਰ ਸਿੰਘ ਨੇ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ 6 ਦੱਸੀ ਹੈ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਬਾਬਾ ਅਟਲ ਵਾਲਾ ਪਾਸਾ ਹੈ ਉੱਥੇ ਵੀ ਬੱਬਰ ਖਾਲਸਾ ਨਾਲ ਸੰਬੰਧਿਤ ਕੁਝ ਸਿੰਘ ਜਿਹੜੇ ਸੀ ਲਾਈਟ ਮਸ਼ੀਨ ਗਨ, ਜਿਹੜੀ ਬਲਬੀਰ ਸਿੰਘ ਸੰਧੂ ਦੱਸਦਾ ਹੈ ਕਿ ਭਾਈ ਅਨੋਖ ਸਿੰਘ ਤੇ ਭਾਈ ਦਵਿੰਦਰ ਸਿੰਘ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਕੋਲੋਂ ਲੈ ਕੇ ਆਏ ਸੀ, ਉਹਨਾਂ ਦੇ ਨਾਲ ਫੌਜ ਦਾ ਜਿਹੜਾ ਉਹ ਮੁਕਾਬਲਾ ਕਰ ਰਹੇ ਸੀ।
ਦੂਸਰੇ ਪਾਸੇ ਜੇਕਰ ਅਸੀਂ ਬਰਾੜ ਦੀ ਕਿਤਾਬ ਨੂੰ ਪੜ੍ਹੀਏ ਤਾਂ ਇਹ ਜਿੰਨਾ ਵੀ ਕਹਿ ਸਕਦੇ ਹਾਂ ਕਿ ਫੌਜ ਨੇ ਕਾਰਵਾਈ ਜਿਸ ਮਿੱਥੇ ਹੋਏ ਵਕਤ ਦੇ ਮੁਤਾਬਕ ਕਰਨੀ ਸੀ, ਉਹ ਸਾਰੇ ਪਾਸਿਆਂ ਤੋਂ ਹੀ ਲੇਟ ਹੋ ਚੁੱਕੀ ਸੀ। ਜਿਹੜਾ ਉੱਤਰੀ ਦੁਆਰ ਹੈ, ਇੱਧਰ ਵਾਲੇ ਪਾਸਿਓਂ ਵੀ ਜਿਹੜੀ ਫੌਜ ਸੀ ਅੰਦਰ, ਇੰਨੀ ਜ਼ਿਆਦਾ ਉਸ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਜਿਹੜੀ ਸਾਹਮਣੇ ਪਾਸਿਓਂ 26 ਮਦਰਾਸ ਨੇ ਲੰਗਰ ਵਾਲੇ ਪਾਸੇ ਤੋਂ ਆਉਣਾ ਸੀ, ਉਹਨਾਂ ਨੂੰ ਵੀ ਇੰਨਾ ਹੀ ਜ਼ਿਆਦਾ ਗੋਲਾਬਾਰੀ ਦਾ ਸਾਹਮਣਾ ਕਰਨਾ ਪਿਆ ਕਿ ਜਿਹੜਾ ਵਕਤ ਨਿਰਧਾਰਿਤ ਕੀਤਾ ਸੀ, ਕੋਈ ਵੀ ਉਹਨਾਂ ਦੀ ਕੰਪਨੀ ਜਿਹੜੀ ਸੀ ਉਸ ਨਿਰਧਾਰਿਤ ਵਕਤ ਦੇ ਉੱਪਰ ਪਹੁੰਚ ਨਾ ਸਕੀ। ਤੇ ਜਿਹੜੇ ਖਾਸ ਕਰਕੇ ਜਿਹੜੇ ਕਮਾਂਡੋ ਸੀ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਵੱਲ ਵਧਣਾ ਸੀ, ਉਹਨਾਂ ਦੇ ਬਾਰੇ ਤੋਂ ਖੁਦ ਕਹਿੰਦਾ ਹੈ ਕਿ ਉਹਨਾਂ ਕਮਾਂਡੋਆਂ ਤੇ ਐਸਐਫਐਸ ਦੇ ਜਵਾਨਾਂ ਨੂੰ ਜਿਹੜੇ ਅਕਾਲ ਤਖਤ ਸਾਹਿਬ ਨੂੰ ਜਾਂਦੀ ਪ੍ਰਕਰਮਾਂ ਦੇ ਸਿਰਿਆਂ ਉੱਪਰ ਬੁਰੀ ਤਰ੍ਹਾਂ ਫਸੇ ਹੋਏ ਸਨ, ਗੋਲੀਬਾਰੀ ਦੀ ਆੜ ਮੁਹੱਈਆ ਕਰਾ ਸਕਣਾ ਬੜਾ ਨਾਜ਼ੁਕ ਮਸਲਾ ਸੀ। ਉਹ ਕਹਿੰਦਾ ਹੈ ਕਿ ਉਹ ਇਸ ਤਰ੍ਹਾਂ ਦੇ ਨਾਲ ਗੋਲੀਬਾਰੀ ਦੀ ਜਦ ਦੇ ਵਿੱਚ ਆ ਚੁੱਕੇ ਸਨ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਕਵਰ ਫਾਇਰਿੰਗ ਜਿਹੜੀ ਹੈ ਉਹ ਨਹੀਂ ਸੀ ਦਿੱਤੀ ਜਾ ਸਕਦੀ। ਤੇ ਜਿਹੜੀ ਇੱਕ ਰਿਜ਼ਰਵ ਫੋਰਸ ਰੱਖੀ ਹੋਈ ਸੀ, ਰਾਖਵੀਂ ਕੰਪਨੀ ਰੱਖੀ ਹੋਈ ਸੀ, ਉਹਨੂੰ ਬਿਲਕੁਲ ਉਸੇ ਵੇਲੇ ਉਹਨਾਂ ਦੀ ਮਦਦ ਦੇ ਵਾਸਤੇ ਉਤਾਰਿਆ ਗਿਆ ਕਿ ਜਿਹੜੇ ਉੱਤਰੀ ਦੁਆਰ ਵਾਲੇ ਪਾਸਿਓਂ, ਜਿਹੜੇ ਘੰਟਾ ਘਰ ਵਾਲੇ ਪਾਸਿਓਂ ਅੰਦਰ ਕਮਾਂਡੋ, ਸਪੈਸ਼ਲ ਫਰੰਟੀਅਰ ਫੋਰਸ ਤੇ 10 ਗਾਰਡਸ ਦੇ ਜਿਹੜੇ ਜਵਾਨ ਨੇ, ਜਿਹੜੇ ਫੌਜ ਨੇ ਅੰਦਰ ਭੇਜੇ ਨੇ, ਉਹਨਾਂ ਨੂੰ ਸੁਰੱਖਿਆ ਕਵਰ ਜਿਹੜਾ ਹੈ ਉਹ ਮੁਹੱਈਆ ਕਰਵਾਇਆ ਜਾਵੇ। ਪਰ ਉਹ ਕਹਿੰਦਾ ਕਿ ਜਦੋਂ ਰਾਖਵੀਂ ਇਸ ਬਟਾਲੀਅਨ ਦੇ ਜਵਾਨ ਐਲੂਮੀਨੀਅਮ ਦੀ ਪੌੜੀ ਲਾ ਕੇ ਪ੍ਰਕਰਮਾਂ ਦੇ ਵਿੱਚ ਉਤਰੇ ਤਾਂ ਨੇੜੇ ਤੋਂ ਬੀੜੀਆਂ ਮਸ਼ੀਨ ਗੰਨਾਂ ਦੇ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਘਾਣ ਹੋਇਆ ਕਿ ਉਹ ਇੱਕ ਗੱਲ ਸਪਸ਼ਟ ਲਿਖਦਾ ਹੈ ਕਿ ਇੱਕ ਝੀਲ ਦੇ ਵਿੱਚੋਂ ਆਈਆਂ ਗੋਲੀਆਂ ਜਿਹੜੀਆਂ ਖਾੜਕੂਆਂ ਨੇ ਪੌੜੀਆਂ ਦੇ ਨਾਲ ਲੱਗਦੀ ਕੰਧ ਵਿੱਚ ਪਾੜ ਪਾ ਕੇ ਬਣਾਈ ਹੋਈ ਸੀ। ਕਹਿੰਦਾ ਹੈ ਕਿ ਇਹਦੇ ਨਾਲ ਬਹੁਤ ਸਾਰੇ, ਉਹਨੇ ਖੁਦ ਕਿਹਾ ਕਿ ਇੱਕ ਗਾਰਦ ਦੇ 19 ਜਵਾਨ ਮਾਰੇ ਗਏ ਤੇ 13 ਜਿਹੜੇ ਸੀ ਉਹ ਜ਼ਖਮੀ ਹੋ ਗਏ। ਤੇ ਇਹਦੇ ਨਾਲ ਇਹ ਵੀ ਕਹਿੰਦਾ ਹੈ ਕਿ ਖਾੜਕੂ ਜਿਹੜੇ ਉੱਥੇ ਸੀ ਬੜੀ ਬਹਾਦਰੀ ਦੇ ਨਾਲ ਲੜੇ। ਸੋ ਕਹਿਣ ਤੋਂ ਭਾਵ ਕਿ ਇਸ ਉੱਤਰੀ ਪਾਸੇ ਵਾਲੇ ਪ੍ਰਵੇਸ਼ ਦੁਆਰ ਦੇ ਵਿੱਚੋਂ ਵੀ ਜਿਹੜੀ ਫੌਜ ਨੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਉਹਦਾ ਸਿੰਘਾਂ ਨੇ ਜਿਹੜਾ ਦਾ ਮੋਰਚਾ, ਦਮਦਮੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ, ਇਹਨਾਂ ਦਾ ਜਿਹੜਾ ਮੋਰਚਾ ਸੀ, ਇਹਨਾਂ ਨੇ ਬਹੁਤ ਕਹਿ ਸਕਦੇ ਹੋ ਕਿ ਸਖਤ ਮੁਕਾਬਲਾ ਉਹਨਾਂ ਦਾ ਕੀਤਾ ਤੇ ਨਿਰਧਾਰਿਤ ਸਮੇਂ ਦੇ ਵਿੱਚ ਅੰਦਰ ਦਾਖਲ ਹੋਣ ਤੋਂ ਫੌਜ ਬਹੁਤ ਪਛੜ ਚੁੱਕੀ ਸੀ। ਦੂਜੇ ਬੰਨੇ ਜਿਹੜੀ 26 ਮਦਰਾਸ ਲੰਗਰ ਦੀ ਇਮਾਰਤ ਵਾਲੇ ਪਾਸਿਓਂ ਦਰਬਾਰ ਸਾਹਿਬ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਦਾ ਮੁਕਾਬਲਾ ਲੰਗਰ ਦੀ ਇਮਾਰਤ ਔਰ ਬੁੰਗਿਆਂ ਦੀਆਂ ਹੇਠਲੀਆਂ ਇਮਾਰਤਾਂ ਦੇ ਵਿੱਚੋਂ ਇੱਥੋਂ ਤੱਕ ਕਿ ਜਿਹੜਾ ਇੱਧਰ ਵਾਲਾ ਪ੍ਰਵੇਸ਼ ਦੁਆਰ ਸੀ, ਜਿਹੜੀ ਲੰਗਰ ਵਾਲੇ ਪਾਸਿਓਂ ਪੌੜੀਆਂ ਪ੍ਰਕਰਮਾਂ ਦੇ ਵਿੱਚ ਉਤਰਦੀਆਂ ਨੇ, ਉਸ ਪ੍ਰਵੇਸ਼ ਦੇ ਦੁਆਰ ਦੇ ਉੱਪਰ ਵੀ ਸਿੰਘਾਂ ਨੇ ਇਸ ਤਰ੍ਹਾਂ ਦੇ ਨਾਲ ਮੋਰਚਾਬੰਦੀ ਕੀਤੀ ਹੋਈ ਸੀ ਕਿ ਉੱਥੇ ਫੌਜ ਦਾ ਬਹੁਤ ਸਾਰਾ ਨੁਕਸਾਨ ਹੋਇਆ। ਇਸ ਗੱਲ ਨੂੰ ਬਰਾੜ ਖੁਦ ਮੰਨਦਾ ਹੈ ਕਿ ਉਹਦੀ ਸ਼ਬਦਾਵਲੀ ਹੈ, ਕਹਿੰਦਾ ਹੈ ਕਿ ਇਸ ਤਰ੍ਹਾਂ ਦੀਆਂ ਵੱਖੀ ਵਾਲੀਆਂ ਇਮਾਰਤਾਂ ਤੇ ਉਹਨਾਂ ਦੇ ਮੋਰਚਿਆਂ ਉੱਪਰ ਕਾਰਗਰ ਗੋਲਾਬਾਰੀ ਕਰਨ ਵਾਲੇ ਸੀ, ਜਿਨ੍ਹਾਂ ਨੇ ਕਮਾਂਡੋਆਂ ਤੇ ਐਸਐਫ ਵਾਸਤਾ ਜਿਉਣਾ ਦੇ ਉੱਪਰ ਕੀਤਾ ਹੋਇਆ ਸੀ। ਸੋ ਉਹ ਇੱਕ ਬੰਨੇ ਉਹ ਬੜਾ ਸਪਸ਼ਟ ਕਹਿ ਰਿਹਾ ਕਿ ਜਿਹੜੇ ਖਾੜਕੂ ਨੇ ਉਹ ਇੰਨੀ ਜ਼ਿਆਦਾ ਗੋਲੀਬਾਰੀ ਕਰ ਰਹੇ ਸੀ ਕਿ ਫੌਜ ਦਾ ਕਿਸੇ ਵੀ ਪਾਸਿਓਂ ਜਿਹੜਾ ਅੰਦਰ ਵਧਣਾ ਉਹ ਬਹੁਤ ਔਖਾ ਸੀ। ਤੇ ਜਿਹੜੇ ਕਮਾਂਡੋ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਖਾੜਕੂਆਂ ਦੀ ਗੋਲੀਬਾਰੀ ਦੀ ਮਾਰ ਹੇਠ ਆਏ ਹੋਏ ਸਨ। ਅਕਾਲ ਤਖਤ ਸਾਹਿਬ ਦੇ ਬਾਰੇ ਉਹ ਕਹਿੰਦਾ ਕਿ 5 ਹੀ ਪਰਾਤਾਂ, ਭਾਵ ਕਿ 5 ਹੀ ਜਿਹੜੀਆਂ ਉਹਦੀਆਂ ਅਕਾਲ ਤਖਤ ਸਾਹਿਬ ਦੀਆਂ ਜਿਹੜੀਆਂ ਛੱਤਾਂ ਨੇ, ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀ ਮੋਰਚਾਬੰਦੀ ਕੀਤੀ ਹੋਈ ਸੀ ਕਿ ਜਿਨ੍ਹਾਂ ਦੇ ਵਿੱਚੋਂ ਬਹੁਤ ਜ਼ਿਆਦਾ ਫਾਇਰਿੰਗ ਹੋ ਰਹੀ ਸੀ ਤੇ ਉਸ ਫਾਇਰਿੰਗ ਦੇ ਸਾਹਮਣੇ ਕਿਸੇ ਦਾ ਜਾਣਾ ਵੀ ਬੜਾ ਔਖਾ ਸੀ ਤੇ ਜਿਹੜਾ ਚਲਾ ਜਾਂਦਾ ਸੀ ਉਹਦਾ ਵਾਪਸ ਆਉਣਾ ਬਹੁਤ ਔਖਾ ਸੀ। ਅਕਾਲ ਤਖਤ ਸਾਹਿਬ, ਦਰਸ਼ਨੀ ਡਿਉੜੀ, ਨਿਸ਼ਾਨ ਸਾਹਿਬ ਦੇ ਨੇੜੇ ਦੀ ਇਮਾਰਤ ਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਵੇਖਣ ਤੇ ਖੱਬੇ ਵਾਲੇ ਪਾਸੇ ਦੀ ਲਾਲ ਇਮਾਰਤ ਦੇ ਵਿਚਕਾਰਲੇ ਉਸ ਸਥਾਨ ਨੂੰ ਜੇਕਰ ਤੁਸੀਂ ਕੁਲਦੀਪ ਬਰਾੜ ਦੀ ਕਿਤਾਬ ਦੇ ਵਿੱਚ ਵੇਖੋਗੇ ਤਾਂ ਕਿਲਿੰਗ ਗਰਾਊਂਡ ਜਿਹੜਾ ਉਹ ਲਿਖਿਆ ਗਿਆ, ਉਹ ਸਪਸ਼ਟ ਕਰਦਾ ਹੈ ਕਿ ਇੱਥੇ ਜਿਹੜਾ ਵੀ ਸਾਡਾ ਕੋਈ ਫੌਜੀ ਜਾਂ ਪੈਰਾ ਕਮਾਂਡੋ ਜਾਂਦਾ ਸੀ, ਉਹਦਾ ਜਿਹੜਾ ਉੱਥੋਂ ਵਾਪਸ ਆਉਣਾ ਬਹੁਤ ਔਖਾ ਸੀ। ਫਿਰ ਕਹਿੰਦਾ ਕਿ ਪੈਰਾ ਕਮਾਂਡੋਸ ਦੀ ਇੱਕ ਜਿਹੜੀ ਮੁੱਖ ਟੋਲੀ ਸੀ ਦਰਸ਼ਨੀ ਡਿਉੜੀ ਵੱਲ ਵਧੀ ਕਿ ਉਹਨਾਂ ਦੇ ਪੈਰ ਰੱਖਣ ਦੀ ਜਿਹੜੀ ਥਾਂ ਬਣਾਈ ਜਾ ਸਕੇ। ਪਰ ਉਹ ਕਹਿੰਦਾ ਕਿ ਦਰਸ਼ਨੀ ਡਿਉੜੀ ਉੱਤੇ ਆਪਣੇ ਹੀ ਧਾਵੇ ਵਿੱਚ ਚਾੜੇ ਗਏ 35 ਜਵਾਨਾਂ ਦੇ ਵਿੱਚੋਂ ਸਿਰਫ 12 ਹੀ ਆਪਣੀ ਮੰਜ਼ਿਲ ਤੇ ਪਹੁੰਚ ਸਕੇ, ਬਾਕੀ ਮਾਰੇ ਗਏ, ਜਿਨ੍ਹਾਂ ਦੇ ਵਿੱਚ ਟੋਲੀ ਦਾ ਕਮਾਂਡਰ ਪ੍ਰਕਾਸ਼ ਚੰਦ ਕਟੋਚ ਤੇ ਉਸ ਤੋਂ ਬਾਅਦ ਦੂਜਾ ਕਮਾਂਡ ਆਫੀਸਰ ਤੇ ਉਹਦੇ 2 ਦਸਤਿਆਂ ਦੇ ਆਗੂ ਸ਼ਾਮਲ ਸਨ। ਇਹ ਜਿਹੜੀ ਗੱਲ ਹੈ ਮੈਂ ਕਿਸੇ ਹੋਰ ਸਰੋਤ ਦੇ ਵਿੱਚੋਂ ਨਹੀਂ ਕਰ ਰਿਹਾ,
ਬਲਕਿ ਕੁਲਦੀਪ ਬਰਾੜ ਦੀ ਆਪਣੀ ਕਿਤਾਬ ਦੇ ਵਿੱਚੋਂ ਕਰ ਰਿਹਾ ਹੈ ਕਿ ਜਿਹੜੀ ਪੈਰਾ ਕਮਾਂਡੋਜ਼ ਦੀ ਟੋਲੀ ਗਈ ਉਹ ਆਪਣੇ ਅਫਸਰਾਂ ਦੇ ਸਮੇਤ ਆਪਣਾ ਸਾਰਾ ਹੀ ਉੱਥੇ ਨੁਕਸਾਨ ਕਰਵਾ ਬੈਠੀ, ਤੇ ਕਹਿੰਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਿੰਘਾਂ ਨੇ ਅੰਦਰ ਮੋਰਚਾਬੰਦੀ ਕੀਤੀ ਹੋਈ ਸੀ। ਕਹਿੰਦਾ ਇਸ ਤੋਂ ਬਾਅਦ ਬੇਸ਼ੱਕ ਪੈਰਾ ਕਮਾਂਡੋ ਦਾ ਜਿਹੜਾ ਆਫੀਸਰ ਸੀ ਲੈਫਟੀਨੈਂਟ ਕਰਨਲ ਕੇਸੀ ਪੱਡਾ, ਉਹਨੇ ਇੱਕ ਹੋਰ ਟੋਲੀ ਨੂੰ ਹੁਕਮ ਦਿੱਤਾ ਕਿ ਉਸੇ ਪਾਸੇ ਜਾਈ ਜਾਵੇ, ਪਰ ਕਹਿੰਦਾ ਕਿ ਇੱਥੋਂ ਉਹਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ, ਜਿਹਦੇ ਵਿੱਚੋਂ 17 ਉਹਨਾਂ ਦੇ ਜਿਹੜੇ ਵਿਅਕਤੀ ਸੀ ਉਹਨਾਂ ਦੀ ਮੌਤ ਹੋ ਗਈ, 31 ਜਿਹੜੇ ਸੀ ਜ਼ਖਮੀ ਹੋ ਗਏ। ਕਹਿੰਦਾ ਕਿ ਜੇ ਸਹੀ ਅਰਥਾਂ 'ਚ ਵੇਖਿਆ ਜਾਵੇ ਤੇ ਇਹ ਜਿਹੜਾ ਇਲਾਕਾ ਸੀ ਜਿੱਥੇ ਸ਼ਵੇਕ ਸਿੰਘ ਨੇ ਬਹੁਤ ਹੀ ਰਣਨੀਤੀ ਦੇ ਨਾਲ ਮੋਰਚਾਬੰਦੀ ਕੀਤੀ ਹੋਈ ਸੀ, ਇਹ ਕਹਿੰਦਾ ਸੱਚਮੁੱਚ ਸਾਡੇ ਵਾਸਤੇ ਇਹ ਜਗ੍ਹਾ ਮੌਤ ਦਾ ਫੰਦਾ ਬਣ ਗਈ ਸੀ। ਤੇ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਵਿੱਚੋਂ ਕਹਿੰਦਾ ਕਿ ਜਿਸ ਤਰ੍ਹਾਂ ਦੇ ਨਾਲ ਗੋਲਾਬਾਰੀ ਹੋ ਰਹੀ ਸੀ, ਜਿਹੜੀ ਸਪੈਸ਼ਲ ਫਰੰਟੀਅਰ ਫੋਰਸ ਦੀ ਜਿਹੜੀ ਗੋਲੇ ਸੁੱਟਣ ਵਾਲੀ ਟੀਮ ਸੀ, ਜਿਸ ਨੇ ਅੱਗੇ ਜਾ ਕੇ ਜਿਹੜੇ ਸੀਐਸ ਗੈਸ ਕਨਿਸਟਰ ਸੁੱਟਣੇ ਸੀ ਕਿ ਅੰਦਰ ਜਿਹੜੇ ਖਾੜਕੂ ਮੁਕਾਬਲਾ ਕਰ ਰਹੇ ਨੇ ਉਹਨਾਂ ਨੂੰ ਬੇਹੋਸ਼ ਕੀਤਾ ਜਾ ਸਕੇ, ਕਹਿੰਦਾ ਕਿ ਉਹ ਵੀ ਅੱਗੇ ਨਹੀਂ ਸੀ ਵੱਧ ਸਕਦੇ। ਤੇ ਦੂਸਰੀ ਗੱਲ ਸੀ ਕਿ ਮੋਰਚਾਬੰਦੀ ਦੀ ਤਕਨੀਕ ਇਸ ਤਰ੍ਹਾਂ ਦੀ ਸੀ ਕਿ ਉਸ ਮੋਰਚਾਬੰਦੀ ਤੱਕ ਜਿਹੜੇ ਇਹ ਗੈਸ ਕਨਿਸਟਰ ਨੇ ਇਹ ਸੁੱਟੇ ਨਹੀਂ ਸੀ ਜਾ ਸਕਦੇ। ਉਹਨੇ 3-4 ਕਾਰਨ ਜਿਹੜੇ ਨੇ ਬੜੇ ਅਹਿਮ ਦਿੱਤੇ ਨੇ। ਕਹਿੰਦਾ ਕਿ ਸਾਰੇ ਖਿੜਕੀਆਂ ਤੇ ਦਰਵਾਜ਼ੇ ਇੱਟਾਂ ਦੀ ਚਿਣਾਈ ਨਾਲ ਜਾਂ ਰੇਤ ਦੇ ਬੋਰਿਆਂ ਨਾਲ ਪੂਰੀ ਤਰ੍ਹਾਂ ਦੇ ਨਾਲ ਬੰਦ ਸਨ, ਸੋ ਕਿਸੇ ਵੀ ਤਰ੍ਹਾਂ ਦੇ ਨਾਲ ਗੈਸ ਦੇ ਜਿਹੜੇ ਕਨਿਸਟਰ ਸੀ ਉਹ ਅੰਦਰ ਨਹੀਂ ਸੀ ਸੁੱਟੇ ਜਾ ਸਕਦੇ। ਦੂਸਰੀ ਗੱਲ ਸੀ ਕਿ ਗੋਲਾਬਾਰੀ ਖਾੜਕੂਆਂ ਦੇ ਵੱਲੋਂ ਇੰਨੀ ਤੇਜ਼ ਕੀਤੀ ਜਾ ਰਹੀ ਸੀ ਕਿ ਨੇੜੇ ਜਾ ਕੇ ਗੈਸ ਦਾ ਜਿਹੜਾ ਕਨਿਸਟਰ ਸੁੱਟਣਾ ਬਹੁਤ ਔਖਾ ਸੀ। ਦੂਜੀ ਗੱਲ ਕਹਿੰਦਾ ਕਿ ਜਿਹੜੇ ਦੂਰੋਂ ਸੁੱਟੇ ਜਾਂਦੇ ਸੀ ਉਹ ਕੰਧਾਂ ਨਾਲ ਵੱਜ ਕੇ ਪ੍ਰਕਰਮਾਂ ਦੇ ਵਿੱਚ ਸਾਡੇ ਜਵਾਨਾਂ ਦੇ ਉੱਪਰ ਹੀ ਡਿੱਗਦੇ ਸੀ। ਤੇ ਅਗਲੀ ਗੱਲ ਉਹ ਲਿਖਦਾ ਕਿ ਹਵਾ ਦਾ ਰੁਖ ਵੀ ਜਵਾਨਾਂ ਵੱਲ ਹੋਣ ਕਰਕੇ ਜਿਹੜੇ ਸੁੱਟੇ ਜਾਂਦੇ ਗੈਸ ਦੇ ਕਨਿਸਟਰ ਸੀ ਉਹ ਜਵਾਨਾਂ ਉੱਪਰ ਤਾਂ ਅਸਰ ਅੰਦਾਜ਼ ਹੋ ਰਹੇ ਸੀ, ਪਰ ਅੰਦਰ ਜੂਝ ਰਹੇ ਜੁਝਾਰੂਆਂ ਨੂੰ ਉਹਨਾਂ ਦਾ ਕਿਸੇ ਤਰ੍ਹਾਂ ਵੀ ਕੋਈ ਨੁਕਸਾਨ ਨਹੀਂ ਸੀ ਹੋ ਰਿਹਾ। ਸੋ ਜਿਹੜੀ 26 ਮਦਰਾਸ ਹੁਣ ਜਿਸ ਦੀ ਆਪਾਂ ਗੱਲ ਕਰ ਰਹੇ ਸੀ ਕਿ ਜਿਸ ਨੇ ਲੰਗਰ ਵਾਲੇ ਪਾਸਿਓਂ ਅੰਦਰ ਦਾਖਲ ਹੋਣਾ ਸੀ, ਉਹ ਕਾਫੀ ਸਮੇਂ ਤੱਕ ਜਿਹੜੀ ਆ ਉਹ ਅੱਗੇ ਲੰਘ ਨਾ ਸਕੀ। ਉਸ ਤੋਂ ਬਾਅਦ 9 ਗੜਵਾਲ ਰਾਈਫਲ ਜਿਹੜੀ ਸੀਗੀ ਉਹ ਕਿਸੇ ਤਰ੍ਹਾਂ ਦੇ ਨਾਲ ਦੱਖਣੀ ਦੁਆਰ ਦੇ ਨੇੜੇ ਜਿਹੜੀਆਂ ਉਹ ਪਹੁੰਚਾਈਆਂ ਗਈਆਂ। ਉਸ ਤੋਂ ਬਾਅਦ ਬਹੁਤ ਚਿਰ ਬਾਅਦ 26 ਮਦਰਾਸ ਨੇ ਦੱਖਣੀ ਬਾਹੀ ਨੂੰ ਆਪਣੇ ਕਬਜ਼ੇ ਵਿੱਚ ਲਿਆ, ਤੇ ਜਿਹੜੀ ਉੱਤਰੀ ਬਾਹੀ ਤੋਂ ਜਿਹੜੇ ਪੈਰਾ ਕਮਾਂਡੋਸ ਤੇ ਸਪੈਸ਼ਲ ਫਰੰਟੀਅਰ ਫੋਰਸ ਨਾਲ 10 ਗਾਰਡ ਸੀ ਉਹਨਾਂ ਦੇ ਨਾਲ ਜਿਹੜਾ ਸੀ ਇਹਨਾਂ ਦਾ ਮਿਲਾਪ ਹੋਇਆ। ਬੇਸ਼ੱਕ ਕਿ ਉਦੋਂ ਤੱਕ ਕਹਿੰਦਾ ਹੈ ਕਿ ਜਿਹੜੀਆਂ ਇਮਾਰਤਾਂ ਸ਼੍ਰੋਮਣੀ ਕਮੇਟੀ ਦੇ ਦਫ਼ਤਰਾਂ ਵਾਲੀਆਂ ਸੀ ਉਹਦੇ ਇਲਾਕੇ ਦੇ ਵਿੱਚ ਕਬਜ਼ਾ ਹੋ ਚੁੱਕਾ ਸੀ, ਪਰ ਪ੍ਰਕਰਮਾਂ ਦੇ ਵਿੱਚ, ਬਰਾਂਡਿਆਂ ਦੇ ਵਿੱਚ ਤੇ ਅਕਾਲ ਤਖਤ ਸਾਹਿਬ ਦੀ ਸਾਹਮਣੇ ਵਾਲੀ ਇਮਾਰਤ ਦੇ ਵਿੱਚੋਂ ਜਾਂ ਫਿਰ ਜਿਹੜੀ ਇਹ 3 ਇਮਾਰਤਾਂ ਦੇ ਨਾਲ ਘਿਰ ਕੇ ਕਿਲਿੰਗ ਗਰਾਊਂਡ ਬਣ ਚੁੱਕੀ ਸੀ, ਇੱਥੋਂ ਤੱਕ ਜਾਣਾ ਜਿਹੜਾ ਸੀ ਉਹ ਬਹੁਤ ਜਿਹੜਾ ਸੀ ਉਹ ਮੁਸ਼ਕਲ ਸੀ। ਦੱਖਣੀ ਘੰਟਾ ਘਰ ਦੇ ਪ੍ਰਵੇਸ਼ ਦੁਆਰ ਤੋਂ ਜਿਹੜਾ ਦਰਬਾਰ ਸਾਹਿਬ ਦਾ ਜਿੱਧਰ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਗੰਜ ਹੈ, ਜਿਸ ਨੂੰ ਆਟਾ ਮੰਡੀ ਵਾਲਾ ਦੱਖਣੀ ਘੰਟਾ ਘਰ ਜਿਹੜਾ ਉਹ ਕਿਹਾ ਜਾਂਦਾ ਹੈ, ਕਹਿੰਦਾ ਕਿ ਜਦੋਂ ਉਧਰਲੇ ਪਾਸੇ 9 ਗੜਵਾਲ ਦੀਆਂ 2 ਕੰਪਨੀਆਂ ਨੂੰ ਟਿਕਾਣਾ ਬਣਾਉਣ ਦਾ ਕੰਮ ਸੌਂਪਿਆ ਗਿਆ ਤਾਂ ਕਿ 26 ਮਦਰਾਸ ਜਿਹੜੀ ਉਧਰ ਨੂੰ ਵੱਧ ਰਹੀ ਸੀ ਲੰਗਰ ਵਾਲੇ ਪਾਸੇ ਤੋਂ ਆ ਕੇ ਉਹਦੀ ਮਦਦ ਕੀਤੀ ਜਾ ਸਕੇ, ਪਰ ਕਹਿੰਦਾ ਕਿ ਉੱਥੇ ਬਹੁਤ ਔਖਾ ਸੀ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਉੱਥੇ ਟਿਕਣਾ ਬਹੁਤ ਔਖਾ ਸੀ। ਉਸ ਤੋਂ ਬਾਅਦ ਕਹਿੰਦਾ ਕਿ 9 ਗੜਵਾਲ ਕੰਪਨੀ ਨੇ 6 ਜੂਨ ਨੂੰ 1:30 ਵਜੇ ਤੱਕ ਦੱਖਣੀ ਦੁਆਰ ਦੇ ਕੇਵਲ ਉੱਪਰਲੀਆਂ ਮੰਜ਼ਲਾਂ ਦੇ ਉੱਪਰ ਜਿਹੜਾ ਉਹ ਕਬਜ਼ਾ ਕੀਤਾ। ਇਸੇ ਤਰ੍ਹਾਂ 15 ਕਮਾਊ ਦੇ ਲੈਫਟੀਨੈਂਟ ਕਰਨਲ ਐਨਸੀ ਪੰਤ ਦੀ ਕਮਾਨ ਹੇਠ ਗੜਵਾਲ ਰੈਜੀਮੈਂਟ ਨੇ ਜਿਹੜਾ ਸੀਗਾ ਉਹ 2 ਵਜੇ ਹਰਮੰਦਰ ਸਾਹਿਬ ਦੇ ਜਿਹੜਾ ਉਹ ਅੰਦਰ ਦਾਖਲ ਹੋ ਕੇ ਗਈ। ਤੇ ਉਸ ਤੋਂ ਬਾਅਦ ਕਹਿੰਦਾ ਕਿ 2 ਵਜੇ ਤੋਂ ਬਾਅਦ ਸਿਰਫ ਇੰਨੀ ਕੁ ਅਸੀਂ ਪ੍ਰਾਪਤੀ ਕਰ ਸਕੇ ਸੀ ਕਿ 10 ਗਾਰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਤੇ ਉੱਤਰੀ ਬਾਹੀ ਨੂੰ ਕਬਜ਼ਾ ਕਰਨ ਦੇ ਵਿੱਚ ਕੁਝ ਸਫਲ ਹੋ ਚੁੱਕੀ ਸੀ, ਪਰ ਜ਼ਮੀਨ ਦੋਜ ਲਾਂਘਿਆਂ ਚੋਂ ਅਜੇ ਵੀ ਖਾੜਕੂ ਉਹਨਾਂ ਦੇ ਵਾਸਤੇ ਬਹੁਤ ਭਾਰੀ ਮਸਲੇ ਖੜੇ ਕਰ ਰਹੇ ਸੀ। 26 ਮਦਰਾਸ ਨੂੰ ਉੜਿੱਕੇ ਪਏ ਹੋਏ ਸਨ, ਪਰ ਦੱਖਣ ਬਾਹੀ ਤੇ ਪੂਰਬੀ ਦੱਖਣੀ ਦੁਆਰ ਦੇ ਵਿਚਕਾਰ ਉਸਦੇ ਪੈਰ ਥੋੜੇ ਜੰਮਦੇ ਜਾ ਰਹੇ ਸਨ, ਪਰ ਬਹੁਤ ਸਖਤ ਮੁਸ਼ਕਲ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ 9 ਗੜਵਾਲ ਰਾਈਫਲ ਦੀਆਂ 2 ਕੰਪਨੀਆਂ ਦੱਖਣੀ ਦੁਆਰ ਦੇ ਦੋਵੇਂ ਪਾਸੇ ਟਿਕਾਣਾ ਬਣਾਉਣ ਦੇ ਵਿੱਚ ਕੁਝ ਸਫਲ ਹੋ ਗਈਆਂ। ਪੈਰਾ ਕਮਾਂਡੋਸ ਤੇ ਸਪੈਸ਼ਲ ਫਰੰਟੀਅਰ ਫੋਰਸ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਪਰ ਮੁੜ ਕੇ ਕੀਤੇ ਜਾ ਰਹੇ ਜਿਹੜੇ ਯਤਨ ਸੀ ਉਹਨਾਂ ਦੇ ਵਿੱਚੋਂ ਕੋਈ ਵੀ ਜਿਹੜਾ ਉਹ ਸਫਲ ਨਹੀਂ ਸੀ ਹੋ ਰਿਹਾ। ਉਸ ਤੋਂ ਬਾਅਦ ਬ੍ਰਿਗੇਡੀਅਰ AK ਦੀਵਾਨ ਜਿਸ ਦਾ ਜ਼ਿਕਰ ਉਹ ਕਰਦਾ ਹੈ ਕਿ ਉਹ ਵੀ ਆਪਣੀ ਜਿਹੜੀ ਸੀ 15 ਜਿਹੜੀ ਪਿਆਦਾ ਡਿਵੀਜ਼ਨ ਦਾ
ਡਿਪਟੀ ਕਮਾਂਡਿੰਗ ਆਫੀਸਰ ਵੀ ਸੀ, ਉਹ ਵੀ ਲੈ ਕੇ 26 ਮਦਰਾਸ ਤੇ 15 ਕਮਾਊਂ ਦੀਆਂ ਜਿਹੜੀਆਂ ਹੋਰ ਕੰਪਨੀਆਂ ਸੀ ਉਹਨਾਂ ਨੂੰ ਲੈ ਕੇ ਅੱਗੇ ਵਧਿਆ। ਪਰ ਕਹਿੰਦਾ ਕਿ ਰਾਤ ਦੇ 2:30 ਵਜੇ ਤੱਕ ਇੰਨੀ ਜ਼ਿਆਦਾ ਸਖਤ ਮੁਕਾਬਲਾ ਹੋ ਗਿਆ ਸੀਗਾ ਕਿ ਜਨਰਲ ਸ਼ਬੇਗ ਸਿੰਘ ਨੂੰ ਇਹ ਮਹਿਸੂਸ ਹੋ ਗਿਆ ਸੀ, ਇਹ ਬਰਾੜ ਦੇ ਲਿਖਣ ਦੇ ਮੁਤਾਬਕ, ਕਿ ਜਿੰਨੀ ਵੱਧ ਤੋਂ ਵੱਧ ਫਾਇਰਿੰਗ ਕੀਤੀ ਜਾਵੇ ਔਰ ਜਿੰਨਾ ਹੀ ਫੌਜ ਨੂੰ ਅਕਾਲ ਤਖਤ ਸਾਹਿਬ ਤੋਂ ਦੂਰ ਰੱਖਿਆ ਜਾਵੇ, ਸਵੇਰੇ ਦਿਨ ਚੜ੍ਹਨ ਤੱਕ ਜੇਕਰ ਇਹਨਾਂ ਨੂੰ ਇਸ ਇਮਾਰਤ ਦੇ ਨੇੜੇ ਨਾ ਲੱਗਣ ਦਿੱਤਾ ਜਾਵੇ ਤਾਂ ਸਵੇਰੇ ਦਿਨ ਦੀ ਲੋਅ ਦੇ ਵਿੱਚ ਫੌਜ ਦਾ ਬਹੁਤ ਭਾਰੀ ਨੁਕਸਾਨ ਹੋਣਾ ਸੀ। ਇਹ ਗੱਲ ਬਰਾੜ ਖੁਦ ਵੀ ਮੰਨਦਾ ਹੈ ਕਿ ਸਾਡੇ ਵਾਸਤੇ ਵੀ ਇਹੀ ਡਰ ਸੀਗਾ ਕਿ ਜੇਕਰ ਰਾਤ ਇਸ ਸਮੁੱਚੇ ਇਲਾਕੇ ਜਾਂ ਆਲੇ ਦੁਆਲੇ ਦੀਆਂ ਬਿਲਡਿੰਗਾਂ ਦੇ ਉੱਪਰ ਕਬਜ਼ਾ ਨਾ ਕੀਤਾ ਗਿਆ ਤਾਂ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੀ ਗੋਲਾਬਾਰੀ ਦਿਨ ਦੇ ਚਾਨਣ ਦੇ ਵਿੱਚ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰੇਗੀ। ਸੋ ਉਹ ਕਹਿੰਦਾ ਹੈ ਕਿ ਸਾਡੇ ਕੋਲ ਜਿਹੜੀਆਂ ਉੱਥੇ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜੀਆਂ ਸ਼ਬੇਗ ਸਿੰਘ ਨੇ ਸਵੈ ਚਾਲਕ ਹਥਿਆਰਾਂ ਤੋਂ ਤਾਬੜ ਤੋੜ ਗੋਲੀਆਂ ਜਿਹੜੀਆਂ ਵਰਦੀਆਂ ਸੀਗੀਆਂ, ਉਹਦੇ ਵਿੱਚ ਕਹਿੰਦਾ ਉੱਥੇ ਪਿਆਦਾ ਸੈਨਿਕਾਂ ਦਾ ਖੜਨਾ ਜਿਹੜਾ ਸੀ ਉਹ ਬਹੁਤ ਹੀ ਔਖਾ ਸੀ। ਕਹਿੰਦਾ ਜਦੋਂ ਸਾਰੀਆਂ ਗੱਲਾਂ ਤਕਰੀਬਨ ਬੇਕਾਰ ਹੋ ਗਈਆਂ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਜਾਂ ਉਹਦੇ ਇਲਾਕੇ ਕੋਈ ਵੀ ਟਿਕਾਣਾ ਬਣਾਉਣ ਦੇ ਵਿੱਚ ਕਿ ਜਿੱਥੋਂ ਅਕਾਲ ਤਖਤ ਸਾਹਿਬ ਤੋਂ ਆ ਰਹੀ ਫਾਇਰਿੰਗ ਦਾ ਮੁਕਾਬਲਾ ਕੀਤਾ ਜਾ ਸਕੇ, ਕਹਿੰਦਾ ਜਦੋਂ ਅਸੀਂ ਸਾਰੇ ਹੀ ਪੱਖਾਂ ਤੋਂ ਨਾਕਾਮ ਹੋ ਗਏ ਤੇ ਫਿਰ ਕਹਿੰਦਾ ਹੈ ਕਿ ਮੈਂ ਲੈਫਟੀਨੈਂਟ ਜਨਰਲ ਸੁੰਦਰ ਜੀ ਤੋਂ ਆਗਿਆ ਪ੍ਰਾਪਤ ਕਰਨ ਦਾ ਯਤਨ ਕੀਤਾ ਕਿ ਕਿਸੇ ਤਰੀਕੇ ਦੇ ਨਾਲ ਟੈਂਕ ਦੇ ਗੋਲੇ ਭਰਾ ਕੇ ਅਕਾਲ ਤਖਤ ਸਾਹਿਬ ਦੇ ਮੋਰਚਿਆਂ ਨੂੰ ਬੇਕਾਰ ਕੀਤਾ ਜਾ ਸਕੇ। ਕਹਿੰਦਾ ਕਿ ਜਦੋਂ ਦਰਬਾਰ ਸਾਹਿਬ ਅੰਦਰ ਜਿਹੜੇ ਸੀਗੇ ਉਹ ਟੈਂਕ ਦਾਖਲ ਕੀਤੇ ਗਏ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਇੰਜ ਲੱਗਦਾ ਸੀ ਕਿ ਜਿਹੜੀ ਇੰਨੀ ਜ਼ਿਆਦਾ ਉਹਨਾਂ ਦੇ ਉੱਪਰ ਗੋਲਾਬਾਰੀ ਕੀਤੀ ਜਾ ਰਹੀ ਹੈ ਉਹਦੇ ਨਾਲ ਸ਼ਾਇਦ ਕੋਈ ਨਾ ਕੋਈ ਖਾੜਕੂ ਆਤਮ ਸਮਰਪਣ ਨੂੰ ਮਜਬੂਰ ਹੋ ਜਾਵੇਗਾ, ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੋਇਆ। ਉਸ ਤੋਂ ਬਾਅਦ ਕਹਿੰਦਾ ਕਿ ਜਿਹੜੀਆਂ ਟੈਂਕਾਂ ਦੇ ਉੱਪਰੋਂ ਜਾਂ ਜਿਹੜੀਆਂ ਉਹਨਾਂ ਦੇ ਕੋਲ BMP ਜਿਹੜੇ ਆਰਟਿਲਰੀ ਵਹੀਕਲ ਸੀ, ਜਿਹੜੀਆਂ ਉਹਨਾਂ ਦੀਆਂ ਗੰਨਾਂ ਦੇ ਨਾਲ ਜਿਹੜੀਆਂ ਤੋਪਾਂ ਦੇ ਨਾਲ ਫਾਇਰਿੰਗ ਕੀਤੀ ਜਾ ਰਹੀ ਸੀ, ਅਖੀਰ ਕਹਿੰਦਾ ਕਿ ਇਹ ਕਿਤੇ ਵੀ ਸਾਨੂੰ ਅਕਾਲ ਤਖਤ ਸਾਹਿਬ ਵਾਲੇ ਪਾਸੇ ਵਧਣ ਦੇ ਵਿੱਚ ਇਹਨਾਂ ਨੇ ਕੋਈ ਕਾਮਯਾਬੀ ਨਾ ਦਵਾਈ। ਤੇ ਅਖੀਰ ਕਹਿੰਦਾ ਕਿ ਲੈਫਟੀਨੈਂਟ ਜਨਰਲ ਸੁੰਦਰ ਜੀ ਨੇ ਵਾਇਰਲੈਸ ਰਾਹੀਂ ਦਿੱਲੀ ਤੋਂ ਸੁਨੇਹਾ ਭੇਜਿਆ ਕਿ ਸਮੇਂ ਦੀ ਨਾਜ਼ੁਕ ਤੇ ਲੋੜ ਦੀ ਗੱਲ ਸਮਝਾਈ ਤੇ ਅਕਾਲ ਤਖਤ ਸਾਹਿਬ ਦੇ ਪੱਕੇ ਮੋਰਚਿਆਂ ਨੂੰ ਬੇਕਾਰ ਕਰਨ ਦੇ ਵਾਸਤੇ ਟੈਂਕਾਂ ਦੀ ਵਰਤੋਂ ਦੀ ਆਗਿਆ ਦਿੱਤੀ ਜਾਵੇ। ਸੋ ਇਹ ਬਰਾੜ ਖੁਦ ਮੰਨਦਾ ਹੈ ਕਿ ਜਿਹੜੀਆਂ ਸਾਡੀਆਂ ਪਿਆਦਾ ਫੋਰਸਾਂ ਜਿਹੜੀਆਂ ਸੀ, ਜਿਨ੍ਹਾਂ ਦੇ ਨਾਲ ਵੱਡਾ ਇੱਕ ਤੋਪਖਾਨਾ ਵੀ ਸੀ, ਜਿਨ੍ਹਾਂ ਦੇ ਕੋਲ ਵੱਡੇ ਹਥਿਆਰ ਸੀ, ਜਿਨ੍ਹਾਂ ਕੋਲ ਕਮਾਂਡੋ ਸੀ, ਜਿਨ੍ਹਾਂ ਦੇ ਕੋਲ ਜ਼ਹਿਰੀਲੀ ਗੈਸ ਦੇ ਗੋਲੇ ਸੀਗੇ, ਉਹਦੇ ਬਾਵਜੂਦ ਵੀ ਅੰਦਰ ਦੀ ਮੋਰਚਾਬੰਦੀ ਜਿਹੜੀ ਹੈ ਉਹ ਇੰਨੀ ਜ਼ਬਰਦਸਤ ਕੀਤੀ ਹੋਈ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਜਿਹੜੀ ਇਹਨਾਂ ਦੀ ਫੌਜ ਦੀ ਜਿਹੜੀ ਟੁਕੜੀ ਸੀ ਉਹ ਅੱਗੇ ਜਿਹੜੀ ਸੀ ਉਹ ਨਾ ਵੱਧ ਸਕੀ। ਸੋ ਦਿਨ ਚੜ੍ਹਦਾ ਜਾ ਰਿਹਾ ਸੀ। ਉਸ ਤੋਂ ਬਾਅਦ ਇਹਨਾਂ ਨੇ ਜਿਹੜੀਆਂ ਟੈਂਕ ਦੇ ਉੱਪਰ ਸੋਚਿਆ ਕਿ ਸਰਚ ਲਾਈਟ ਜਿਹੜੀਆਂ ਅੱਖਾਂ ਨੂੰ ਝੰਧਿਆ ਦਿੰਦੀਆਂ ਨੇ, ਸ਼ਾਇਦ ਉਹਨਾਂ ਨੂੰ ਜਗਾਉਣ ਦੇ ਨਾਲ ਸਾਡੇ ਜਿਹੜੇ ਜਵਾਨ ਨੇ ਉਹ ਅੱਗੇ ਵੱਧ ਸਕਣਗੇ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਅੰਦਰ ਲੜ ਰਹੇ ਜਿਹੜੇ ਜੁਝਾਰੂ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਹੈ ਉਹ ਰੋਸ਼ਨੀ ਪਵੇਗੀ ਤੇ ਉਹ ਰੋਸ਼ਨੀ ਪੈਣ ਦੇ ਨਾਲ ਅੱਖਾਂ ਝੁੰਧਿਆ ਜਾਣਗੀਆਂ ਤੇ ਉਹ ਫਾਇਰਿੰਗ ਨਹੀਂ ਕਰ ਸਕਣਗੇ। ਪਰ ਕਹਿੰਦਾ ਕਿ ਇਹ ਸਾਡੀ ਸਕੀਮ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਕਾਰਗਰ ਸਾਬਤ ਨਾ ਹੋਈ, ਕਿਉਂਕਿ ਜਿਹੜੀਆਂ ਇਹ ਟੈਂਕਾਂ ਦੇ ਉੱਪਰੋਂ ਲਾਈਟਾਂ ਜਗਾਈਆਂ ਜਾਂਦੀਆਂ ਸੀਗੀਆਂ ਇਹ 1 ਮਿੰਟ ਤੋਂ ਜ਼ਿਆਦਾ ਨਹੀਂ ਜਗਾਈ ਜਾ ਸਕਦੀ ਤੇ ਉਸ ਤੋਂ ਬਾਅਦ ਇਹਨਾਂ ਦੀ ਤਾਰ ਸੜ ਜਾਂਦੀ ਸੀ। ਜਦੋਂ 2-3 ਵਾਰੀ ਇੰਜ ਹੋਇਆ ਤਾਂ ਕਹਿੰਦਾ ਕਿ ਫਿਰ ਸਾਨੂੰ ਪਤਾ ਲੱਗਾ ਕਿ ਇਹਨਾਂ ਦੇ ਨਾਲ ਜਿਹੜਾ ਵਾ ਉਹ ਬੇਸ਼ੱਕ ਅਸੀਂ 3 ਟੈਂਕ ਉਦੋਂ ਤੱਕ ਪ੍ਰਕਰਮਾਂ ਚ ਲੈ ਆਂਦੇ ਸੀ, ਪਰ ਇਹ ਸਭ ਕੁਝ ਜਿਹੜਾ ਸੀ ਉਹ ਬੇਅਸਰ ਸਾਬਤ ਹੋਇਆ। ਕਹਿੰਦਾ ਸਵੇਰੇ 4 ਵਜੇ ਤੱਕ ਲਗਾਤਾਰ ਮੁਕਾਬਲਾ ਹੋ ਰਿਹਾ ਸੀਗਾ। ਫਿਰ ਇੱਕ ਬਖਤਰਬੰਦ ਗੱਡੀ ਜਿਸ ਨੂੰ ਆਰਮਰ ਪਰਸਨਲ ਕੈਰੀਅਰ ਕਿਹਾ ਜਾਂਦਾ, APC ਸਕਾਟ ਵੀ ਉਸਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ, ਕਹਿੰਦਾ ਕਿ ਉਹਨੂੰ ਪ੍ਰਕਰਮਾਂ ਦੇ ਵਿੱਚ ਉਤਾਰਨ ਦੇ ਵਾਸਤੇ ਪਹਿਲਾਂ ਤੇ ਟੈਂਕ ਦੇ ਨਾਲ ਲੰਗਰ ਵਾਲੇ ਪਾਸੇ ਤੋਂ ਪ੍ਰਕਰਮਾਂ ਦੀਆਂ ਪੌੜੀਆਂ ਨੂੰ ਤੋੜਨਾ ਪਿਆ। ਪ੍ਰਕਰਮਾਂ ਦੀਆਂ ਪੌੜੀਆਂ ਨੂੰ ਤੋੜਨ ਤੋਂ ਬਾਅਦ ਬਖਤਰਬੰਦ ਗੱਡੀ ਪ੍ਰਕਰਮਾਂ ਦੇ ਵਿੱਚ ਉਤਾਰੀ ਗਈ। ਪਰ ਕਹਿੰਦਾ ਕਿ ਅਜੇ ਇਹ ਯੋਜਨਾ ਦੇ ਉੱਪਰ ਅਮਲ ਸ਼ੁਰੂ ਹੋਇਆ ਹੀ ਸੀ, ਗੱਡੀ ਨੇ ਅਗਲੇ ਵਧਣਾ ਅਜੇ ਸ਼ੁਰੂ ਕੀਤਾ ਸੀ ਕਿ ਬਖਤਰਬੰਦ ਗੱਡੀ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਨੇੜੇ ਪਹੁੰਚੀ ਤਾਂ ਅਕਾਲ ਤਖਤ ਸਾਹਿਬ ਤੋਂ ਟੈਂਕ ਮਾਰ ਹਥਿਆਰ ਦਾ ਦਾਗਿਆ ਗੋਲਾ ਆ ਕੇ ਵੱਜਾ ਤੇ ਉਹ ਗਤੀਹੀਨ ਹੋ ਗਈ।
ਜਿਸ ਨੂੰ ਆਰਪੀਜੀ ਕਿਹਾ ਜਾਂਦਾ, ਰਾਕਟ ਪ੍ਰੋਪੈਲਡ ਗ੍ਰਨੇਡ। ਇਹ ਕਹਿੰਦਾ ਕਿ ਅਸੀਂ ਕਲਪਨਾ ਵੀ ਨਹੀਂ ਸੀ ਕੀਤੀ ਕਿ ਖਾੜਕੂਆਂ ਦੇ ਭੰਡਾਰ ਦੇ ਵਿੱਚ ਟੈਂਕ ਮਾਰ ਹਥਿਆਰ ਵੀ ਸਨ। ਮਗਰੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਦੇ ਕੋਲ ਚੀਨ ਦੇ ਬਣੇ ਹੋਏ 2 ਰਾਕਟ ਪ੍ਰੋਪੈਲਡ ਗ੍ਰਨੇਡ ਸਨ ਤੇ ਬਖਤਰਬੰਦੀ ਜਿਹੜੀ ਸੀ ਸਾਡੀ ਗੱਡੀ ਸੀ ਉਹ ਬਿਲਕੁਲ ਉੱਥੇ ਨਕਾਰਾ ਹੋ ਗਈ ਤੇ ਉਹਦੇ ਨਾਲ ਜਿਹੜੇ ਬਹੁਤ ਸਾਰੇ ਉਹਦੇ ਵਿੱਚ ਸਿਪਾਹੀ ਅਕਾਲ ਤਖਤ ਸਾਹਿਬ ਤੱਕ ਲੈ ਜਾ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਵੀ ਸਾਰੇ ਜਿਹੜੇ ਸੀਗੇ ਉਹ ਜ਼ਖਮੀ ਹੋ ਗਏ। ਸਵੇਰ ਦਾ ਕਹਿੰਦਾ ਕਿ ਕਿਰਨਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਤੇ 6 ਜੂਨ ਨੂੰ ਸਵੇਰੇ 5:10 ਤੇ 3 ਟੈਂਕ ਜਿਹੜੇ ਸੀ ਉਹ ਪਰਿਕਰਮਾ ਦੇ ਵਿੱਚ ਖੜੇ ਕਰਕੇ ਤੇ ਉੱਥੋਂ ਉਹਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਿਹੜੇ ਮੋਰਚੇ ਉਡਾਉਣ ਦੀ ਜਿਹੜੀ ਆ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਬਹੁਤ ਸਾਰੇ ਫੌਜੀ ਮਾਹਰ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਇਸ ਇਮਾਰਤ ਦੇ ਉੱਪਰ ਕੀਤੀ ਗੋਲਾਬਾਰੀ ਤੋਂ ਬਾਅਦ ਜਦੋਂ ਮੁਆਇਨਾ ਕੀਤਾ ਤਾਂ ਬਹੁਤ ਸਾਰੇ ਸਿੱਖ ਜਰਨੈਲ ਜਿਨ੍ਹਾਂ ਦੇ ਵਿੱਚ ਦਿੱਲੀ ਦੇ ਜਿਹੜੇ ਆਪਣੇ ਜਿਨ੍ਹਾਂ ਨੇ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰੀ ਭੂਮਿਕਾ ਨਿਭਾਈ ਸੀ, ਜਨਰਲ ਜਗਜੀਤ ਸਿੰਘ, ਉਹਨਾਂ ਤੋਂ ਇਲਾਵਾ ਜਨਰਲ ਭਗਤ ਸਿੰਘ, ਜਿਨ੍ਹਾਂ ਨੇ ਵੀ ਅਕਾਲ ਤਖਤ ਸਾਹਿਬ ਦੀ ਉਸ ਇਮਾਰਤ ਨੂੰ ਤੱਕਿਆ। ਉਹਨਾਂ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਕੁਐਸ਼ ਹੈਡ ਸ਼ੈਲਸ ਜਿਹੜੇ ਨੇ ਉਹ ਵਰਤੇ ਗਏ। ਇੱਕ ਤਰ੍ਹਾਂ ਦਾ ਗੋਲਾ ਹੁੰਦਾ ਹੈ ਕਿ ਜਿਹੜਾ ਇਮਾਰਤ ਨੂੰ ਤੋੜਨ ਦੇ ਵਾਸਤੇ ਵਰਤਿਆ ਜਾਂਦਾ ਹੈ। ਜਦੋਂ ਇਮਾਰਤ ਨੂੰ ਟਕਰਾਉਂਦਾ ਹੈ ਤਾਂ ਉਸ ਵੇਲੇ ਇੱਕ ਸ਼ੌਕ ਵੇਵ, ਇੱਕ ਝਟਕਾ ਪੈਦਾ ਕਰਦਾ ਹੈ, ਉਹਦੇ ਤੋਂ ਬਾਅਦ ਦੁਬਾਰਾ ਫਟਦਾ ਹੈ ਤੇ ਉਹਦੇ ਫਟਣ ਦੇ ਨਾਲ ਫਿਰ ਜਿਹੜੀ ਇਮਾਰਤ ਹੈ ਉਹਦੇ ਵਿੱਚ ਮਗੋਰਾ ਹੋ ਜਾਂਦਾ ਹੈ ਜਾਂ ਉਹ ਢਹਿ ਢੇਰੀ ਹੋ ਜਾਂਦੀ ਹੈ। ਉਹ ਕਹਿੰਦੇ ਕਿ ਬਹੁਤ ਜ਼ਿਆਦਾ ਸਕੁਐਸ਼ ਹੈਡ ਸ਼ੈਲ ਜਿਹੜੇ ਨੇ ਉਹਨਾਂ ਦੀ ਜਿਹੜੀ ਸੀ ਉਹ ਵਰਤੋਂ ਜਿਹੜੀ ਸੀ ਉਹ ਕੀਤੀ ਗਈ। ਪਰ ਕਹਿੰਦਾ ਕਿ ਇਹਦੇ ਬਾਵਜੂਦ ਵੀ, ਇੰਨਾ ਜ਼ਿਆਦਾ ਗੋਲਾਬਾਰੀ ਦੇ ਬਾਵਜੂਦ ਵੀ ਜਿਹੜੀ ਫੌਜੀ ਸੀਗੀ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਅੰਦਰ ਦਾਖਲ ਹੋਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਕਿ ਅੰਦਰ ਦੀ ਮੋਰਚਾਬੰਦੀ ਜਿਹੜੀ ਆ ਉਹ ਇੰਨੀ ਜ਼ਿਆਦਾ ਕਾਰਗਰ ਕੀਤੀ ਹੋਈ ਸੀ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਦੇ ਵਿੱਚ ਕਿ ਸਾਰੇ ਪਾਸੇ ਤੋਂ ਕਹਿ ਸਕਦੇ ਕਿ ਮਸ਼ੀਨ ਗੰਨਾਂ ਖਾਲੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿੰਦਾ ਸੀ ਕਿ ਇੰਨੀ ਜ਼ਿਆਦਾ ਫਾਇਰਿੰਗ ਹੋ ਰਹੀ ਸੀ ਕਿ ਬੇਸ਼ੱਕ ਸਾਡੇ ਵੱਲੋਂ ਟੈਂਕਾਂ ਔਰ ਤੋਪਾਂ ਦੀ ਜਿਹੜੀ ਉਹ ਵਰਤੋਂ ਕੀਤੀ ਜਾ ਰਹੀ ਸੀ, ਪਰ ਇਹਦੇ ਬਾਵਜੂਦ ਵੀ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਜਿਹੜੀ ਅਕਾਲ ਤਖਤ ਸਾਹਿਬ ਦੇ ਅੰਦਰੋਂ ਜਿਹੜੀ ਗੋਲਾਬਾਰੀ ਹੋ ਰਹੀ ਸੀ ਉਸ ਨੂੰ ਬਿਲਕੁਲ ਨਹੀਂ ਸੀ ਰੋਕਿਆ ਗਿਆ। ਉਹ ਕਹਿੰਦਾ ਕਿ ਏ ਕੰਪਨੀ ਦਾ ਕਮਾਂਡਰ ਬੀਕੇ ਮਿਸ਼ਰਾ ਆਪਣੇ ਕੁਝ ਜਵਾਨਾਂ ਨਾਲ ਅਕਾਲ ਤਖਤ ਸਾਹਿਬ ਤੇ ਪਹੁੰਚ ਹੀ ਗਿਆ, ਪਰ ਜਿਉਂ ਹੀ ਇਮਾਰਤ ਦੇ ਅੰਦਰ ਵੜਨ ਲੱਗਾ ਅੰਦਰੋਂ ਇੰਨੀਆਂ ਜ਼ਿਆਦਾ ਜਿਹੜੀਆਂ ਸੀਗੀਆਂ ਉਹ ਗੋਲੀਆਂ ਦੀ ਵਰਖਾ ਹੋਈ ਕਿ ਉਹ ਆਪਣੀ ਸਾਰੀ ਟੁਕੜੀ ਸਮੇਤ ਜਿਹੜਾ ਸੀ ਉਹ ਆਪਣਾ ਬਚਾਅ ਨਾ ਕਰ ਸਕਿਆ। ਇਸੇ ਤਰ੍ਹਾਂ ਹੋਰ ਵੀ ਕਈ ਹਮਲੇ ਕੀਤੇ ਗਏ ਔਰ ਇਹਨਾਂ ਹਮਲਿਆਂ ਦੇ ਵਿੱਚ ਵੀ ਕੋਈ ਵੀ 6 ਜੂਨ ਸਵੇਰ ਤੱਕ ਅਕਾਲ ਤਖਤ ਸਾਹਿਬ ਦੇ ਅੰਦਰ ਜਿਹੜਾ ਸੀ ਉਹ ਦਾਖਲ ਨਾ ਹੋ ਸਕਿਆ। ਬਹੁਤ ਸਾਰੇ ਜਿਹੜੇ ਇਹਨਾਂ ਦੇ ਕਮਾਂਡੋ ਸੀ ਉਹਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਦੇ ਨਾਲ ਨੇੜੇ ਜਾ ਕੇ ਅਕਾਲ ਤਖਤ ਸਾਹਿਬ ਦੇ ਅੰਦਰ ਜ਼ਹਿਰੀਲੀ ਗੈਸ ਤੇ ਗੋਲੇ ਸੁੱਟ ਦਿੱਤੇ ਜਾਣ ਕਿ ਅੰਦਰ ਜਿਹੜੇ ਜੂਝ ਰਹੇ ਖਾੜਕੂ ਨੇ ਉਹ ਬੇਹੋਸ਼ ਹੋ ਜਾਣ। ਪਰ ਕਹਿੰਦਾ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਜਿਹੜੀ ਟੋਲੀਆਂ ਸੀ ਸਾਡੀਆਂ ਇਹ ਕਾਮਯਾਬ ਨਾ ਹੋ ਸਕੀਆਂ। ਅਖੀਰ 26 ਮਦਰਾਸ ਦੇ ਇੱਕ ਜੂਨੀਅਰ ਕਮਿਸ਼ਨਡ ਆਫੀਸਰ ਨੇ ਜਿਹੜਾ ਸੀਗਾ ਇਹ ਅਤਿਅੰਤ ਕਾਰਜ ਆਪਣੇ ਜ਼ਿੰਮੇ ਲਿਆ ਤੇ ਉਸਨੇ ਕੁਝ ਉਪ ਟੋਲੀਆਂ ਬਣਾ ਕੇ, ਛੋਟੀਆਂ ਟੋਲੀਆਂ ਬਣਾ ਕੇ ਅਕਾਲ ਤਖਤ ਸਾਹਿਬ ਦੇ ਅੰਦਰ ਵਧਣ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਇੱਕ ਸੂਬੇਦਾਰ ਕੇਪੀ ਰਮਨ ਰਵੀ ਸੀ ਜਿਹੜਾ ਪਾਇਨਰ ਸੈਕਸ਼ਨ ਦਾ ਸੀ, 2 ਹੋਰ ਰੈਂਕ ਤੇ 2 ਹੋਰ ਰਾਈਫਲਮੈਨ। ਇਹਨਾਂ ਦਾ ਕੰਮ ਸੀ ਕਿ ਇਹ ਕਿਸੇ ਤਰ੍ਹਾਂ ਦੇ ਨਾਲ ਦਰਬਾਰ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਦੇ ਅੰਦਰ ਜਾ ਕੇ ਜਿਹੜੇ ਬੰਕਰ ਨੇ ਉਹਨਾਂ ਨੂੰ ਤਬਾਹ ਕਰਨ। ਪਰ ਕਹਿੰਦਾ ਕਿ ਦੂਸਰੀ ਜਿਹੜੀ ਇੱਕ ਨਾਨ ਕਮਿਸ਼ਨ ਆਫੀਸਰ ਦੀ ਟੋਲੀ ਸੀ, ਇਹ ਜਦੋਂ ਦੋਵੇਂ ਟੋਲੀਆਂ ਜਿਹੜੀਆਂ ਸੀਗੀਆਂ ਗਰਨੇਡਾਂ ਤੇ ਕਾਰਬਾਈਨਾਂ ਦੀ ਮਦਦ ਦੇ ਨਾਲ ਓਟ ਲੈ ਕੇ ਮਸ਼ੀਨ ਗੰਨਾਂ ਨੂੰ ਚੁੱਪ ਕਰਾਉਣ ਦੇ ਵਾਸਤੇ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਅੰਦਰੋਂ ਚੱਲ ਰਹੀਆਂ ਸੀ, ਜਦੋਂ ਅੱਗੇ ਵਧੀਆਂ ਤਾਂ ਇਹਨਾਂ ਨੇ ਉੱਪਰ ਇੰਨੀ ਜ਼ਿਆਦਾ ਜਿਹੜੀ ਸੀ ਉਹ ਗੋਲਾਬਾਰੀ ਕੀਤੀ ਗਈ ਕਿ ਇਹਨਾਂ ਦੇ ਉੱਪਰ ਉਹ ਕਹਿੰਦਾ ਕਿ ਗੋਲੀਆਂ ਦਾ ਝੱਖੜ ਝੁੱਲ ਪਿਆ। ਬੇਸ਼ੱਕ ਇਹਨਾਂ ਨੇ ਆਪਣਾ ਕਾਰਜ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਜਵਾਨ ਸੀ ਉਹ ਮਾਰੇ ਗਏ ਤੇ ਤਕਰੀਬਨ ਸਾਰੇ ਹੀ ਸਖਤ ਜ਼ਖਮੀ ਹੋ ਗਏ। 10 ਵਿੱਚੋਂ ਸਿਰਫ 3 ਹੀ ਆਪਣੇ ਆਪ ਨੂੰ ਬਾਹਰ ਕੱਢ ਸਕੇ। ਤੇ ਜਿਸ ਵੇਲੇ ਸ਼ਾਮ ਦੇ 6:30 ਵਜੇ, ਇਹ ਰਾਤ ਦੀ ਗੱਲ ਕਰ ਰਿਹਾ ਕਿ ਜਦੋਂ ਸ਼ਾਮ ਦੇ 6:30, ਜਦੋਂ ਕਿ 6 ਜੂਨ ਤੋਂ ਬਾਅਦ ਦੀ ਗੱਲ ਹੈ, ਜਦੋਂ 7 ਜੂਨ ਨੂੰ ਲਾਸ਼ਾਂ ਮਲਬੇ ਚੋਂ ਕੱਢੀਆਂ ਜਾ ਰਹੀਆਂ ਸੀ ਤੇ ਸੂਬੇਦਾਰ ਰਮਨ ਰਵੀ
ਤੇ 26 ਮਦਰਾਸ ਤੇ ਇੱਕ ਅਫਸਰ ਸਮੇਤ 14 ਜਵਾਨ ਜਿਹੜੇ ਸੀਗੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਬਾਅਦ ਦੇ ਵਿੱਚ ਉੱਥੋਂ ਕੱਢੀਆਂ ਗਈਆਂ। ਸੋ ਇਸ ਤਰ੍ਹਾਂ ਦੇ ਨਾਲ 6 ਜੂਨ ਨੂੰ ਤਕਰੀਬਨ 7:30 ਵਜੇ ਤੱਕ ਧੁੱਪ ਚੜ੍ਹ ਗਈ ਸੀ, ਪਰ ਅਕਾਲ ਤਖ਼ਤ ਸਾਹਿਬ ਅਜੇ ਵੀ ਡਟਿਆ ਹੋਇਆ ਸੀ। ਸੋ 6 ਜੂਨ ਤੋਂ ਬਾਅਦ ਦਾ ਜਿਹੜਾ ਕਹਿ ਸਕਦੇ ਇੱਕ ਵਰਤਾਰਾ ਅੰਦਰ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਹੋਰ ਘਟਨਾਵਾਂ ਕਿਸ ਤਰ੍ਹਾਂ ਹੋਈਆਂ, ਸੰਤ ਜਰਨੈਲ ਸਿੰਘ ਦੀ ਸ਼ਹਾਦਤ ਕਿਵੇਂ ਹੋਈ, ਜਨਰਲ ਸ਼ਬੀਕ ਸਿੰਘ ਹੁਣਾਂ ਦੀ ਸ਼ਹਾਦਤ ਕਿਵੇਂ ਹੋਈ, ਉਸ ਤੋਂ ਇਲਾਵਾ ਜਿਹੜੇ ਦੱਖਣੀ ਦੁਆਰ ਦੇ ਉੱਪਰ ਜਿਹੜੇ ਸਿੰਘ ਸੀ, ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਮੁਕਾਬਲਾ ਕੀਤਾ, ਜਾਂ ਫਿਰ ਸਿੰਘਾਂ ਦੇ ਕਿਹੜੇ ਦੇ ਪੋਸਟਮਾਰਟਮ ਹੋਏ, ਕਿਸ ਤਰ੍ਹਾਂ ਦੇ ਹੋਏ, ਜਾਂ ਉਹਨਾਂ ਦੀਆਂ ਅੰਤਮ ਰਸਮਾਂ ਕਿਸ ਤਰ੍ਹਾਂ ਹੋਈਆਂ, ਉਹ ਸਾਰਾ ਹੁਣ ਹੌਲੀ-ਹੌਲੀ ਅਗਲੇ ਜਿਹੜੇ ਸਾਡੇ ਇਸੇ ਹੀ ਲੈਕਚਰ ਦੇ ਭਾਗ ਹੋਣਗੇ, ਉਹਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਕੇਵਲ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ 5 ਜੂਨ ਤੋਂ ਲੈ ਕੇ 6 ਜੂਨ ਸਵੇਰੇ ਦਿਨ ਚੜ੍ਹੇ ਤੱਕ ਸਿੰਘਾਂ ਨੇ ਇਸ ਤਰ੍ਹਾਂ ਦੇ ਨਾਲ ਆਪਣੇ ਜੰਗ ਦੇ ਜ਼ੋਹਰਾਂ ਦਾ ਜਿਹੜਾ ਵਿਖਾਵਾ ਕੀਤਾ ਕਿ ਫੌਜ ਨੂੰ ਅਕਾਲ ਤਖ਼ਤ ਸਾਹਿਬ ਦੇ ਨੇੜੇ ਨਹੀਂ ਲੱਗਣ ਦਿੱਤਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਪਿਆਰ ਸਤਿਕਾਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ